आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच मैं हां पंकज कुमार प्रोग्राम जिहदे विच अज ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਇਸ ਵਕਤ ਤਾਜ਼ਾ ਨਵੀਆਂ ਜਾਣਕਾਰੀਆਂ ਆ ਰਹੀਆਂ ਨੇ ਉਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਵਿੱਚ ਸਾਨੂੰ ਵਧੇਰੇ ਜਾਣਕਾਰੀ ਦੇਣ ਲਈ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਜੁੜ ਚੁੱਕੇ ਨੇ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਹਰ ਰੋਜ਼ ਅਸੀਂ ਦੇਖਦੇ ਹਾਂ ਨਵੀਆਂ ਅਪਡੇਸ਼ਨਸ ਆ ਰਹੀਆਂ ਨੇ। ਕੋਵਿਡ ਦੇ ਦੁਬਾਰਾ ਦੇਖਦੇ ਹਾਂ ਕੇਸ ਸੈਕਿੰਡ ਵੇਵ ਚਾਹੇ ਕਹਿ ਲਈਏ ਓਨਟਾਰੀਓ ਵਿੱਚ ਵੀ ਹੌਲੀ ਹੌਲੀ ਆਉਣੀ ਸ਼ੁਰੂ ਹੋ ਚੁੱਕੀ ਹੈ। ਸੋ ਇਮੀਗ੍ਰੇਸ਼ਨ ਦੀ ਗੱਲ ਕਰੀਏ, ਕਿੱਥੇ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਹੁਣ ਸ਼ਾਇਦ ਨਵੰਬਰ ਦਸੰਬਰ ਤੱਕ ਕੁਝ ਈਜ਼ ਹੋਰ ਹੋ ਜਾਏਗੀ। ਕੀ ਲੱਗ ਰਿਹਾ ਤੁਹਾਨੂੰ ਕਿ ਜੇ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰੀਏ ਕੀ ਤਾਜ਼ਾ ਅਪਡੇਟਸ ਨੇ? ਤੁਹਾਨੂੰ ਫਿਲਹਾਲ ਤਾਂ ਜਿਹੜਾ ਸਿਚੁਏਸ਼ਨ ਹੈ ਉਹ ਹੋਰ ਐਕਸਟੈਂਡ ਕਰ ਦਿੱਤਾ ਗਿਆ ਸੀ ਸਤੰਬਰ ਤੱਕ ਟਰੈਵਲ ਰਿਸਟ੍ਰਿਕਸ਼ਨ ਨੂੰ। ਤੇ ਜਿਹੜੇ ਤਰੀਕੇ ਨੰਬਰ ਵਧ ਰਹੇ ਨੇ ਉਸ ਤਰੀਕੇ ਨਾਲ ਤਾਂ ਇਹ ਲੱਗਦਾ ਹੈਗਾ ਕਿ ਜਿਹੜੀ ਇਹ ਟਰੈਵਲ ਰਿਸਟ੍ਰਿਕਸ਼ਨ ਨੇ ਇਹਨਾਂ ਨੂੰ ਹੋਰ ਹੈ ਜਿਹੜਾ ਉਹ ਵਧਾ ਦਿੱਤਾ ਜਾਊਗਾ। ਪਰ ਇਹ ਟਰੈਵਲ ਰਿਸਟ੍ਰਿਕਸ਼ਨ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਐਗਜ਼ੈਂਪਟ ਕੀਤਾ ਗਿਆ। ਕੁਝ ਜਿਹੜੇ ਲੋਕ ਐਗਜ਼ੈਂਪਟ ਹੈਗੇ ਉਹ ਪੈਰੈਂਟਸ ਗ੍ਰੈਂਡ ਪੈਰੈਂਟਸ ਨੇ ਜੀ। ਉਹ ਤੋਂ ਬਾਅਦ ਚਿਲਡਰਨ ਹੈਗੇ ਨੇ ਜਿਹੜੇ 22 ਸਾਲ ਤੋਂ ਛੋਟੇ ਹੈਗੇ ਨੇ। ਉਸ ਤੋਂ ਬਾਅਦ ਜੇ ਤੁਸੀਂ ਸਪਾਊਸ ਹੈਗੇ ਨੇ ਸਟੂਡੈਂਟ ਤੇ ਜਾਂ ਵਰਕਰ ਦੇ ਤਾਂ ਵੀ ਉਹਨੂੰ ਐਗਜ਼ੈਂਪਟ ਕੀਤਾ ਗਿਆ ਹੈਗਾ। ਤੇ ਪਰ ਇਹ ਜਿਹੜੀਆਂ ਐਗਜ਼ੈਂਪਸ਼ਨਸ ਨੇ ਇਹ ਇੱਕ ਸਰਟਨ ਲਿਮਿਟੇਸ਼ਨ ਦੇ ਨਾਲ ਹੀ ਜਿਹੜੀਆਂ ਚੱਲਦੀਆਂ ਨੇ। ਜਿਵੇਂ ਕਿ ਜਦੋਂ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਤੁਹਾਨੂੰ ਕੁਆਰੰਟੀਨ ਹੈ ਜਿਹੜਾ 14 ਡੇਜ਼ ਉਹ ਕਰਨਾ ਪੈਣਾ ਜੀ। ਤੇ ਨਾਲ ਦੀ ਨਾਲ ਤੁਹਾਨੂੰ ਕੁਆਰੰਟੀਨ ਪਲਾਨ ਵੀ ਦੇਣਾ ਪੈਣਾ ਹੈਗਾ। ਤੇ ਜੇ ਤੁਸੀਂ ਉਹ ਕੁਆਰੰਟੀਨ ਨੂੰ ਫੋਲੋ ਨਹੀਂ ਕਰਦੇ ਤੁਹਾਡੀਆਂ ਬਹੁਤ ਸੀਰੀਅਸ ਕੌਨਸੀਕੁਐਂਸਿਸ ਨੇ ਜੀ। ਤੁਹਾਨੂੰ ਰਿਮੂਵਲ ਵੀ ਕੀਤਾ ਜਾ ਸਕਦਾ ਹੈ ਤੇ ਇਹਦੇ ਨਾਲ ਨਾਲ ਤੁਹਾਨੂੰ ਹੈਵੀ ਫਾਈਨ ਕੀਤੇ ਜਾ ਸਕਦੇ। 7.5 ਲੱਖ ਦੇ ਜੁਰਮਾਨੇ ਤੱਕ ਦੀ ਪ੍ਰੋਵੀਜ਼ਨ ਕਰਨ ਨੂੰ ਹੈਗੀ ਇਹਦੇ ਵਿੱਚੋਂ। ਤੇ ਇਹਦੇ ਨਾਲ ਨਾਲ ਜਿਹੜਾ ਉਹਨੂੰ ਮੋਨੀਟਰ ਕਰਨ ਦਾ ਤਰੀਕਾ ਹੈਗਾ ਉਹ ਹੈਗਾ ਕਿ ਜਦੋਂ ਆਪਾਂ ਅੰਦਰ ਆਉਂਦੇ ਹਾਂ ਤਾਂ ਆਪਾਂ ਰੋਜ਼ ਫੋਨ ਕਾਲ ਆਉਂਦਾ ਹੈਗਾ ਜਿਹੜਾ ਪਬਲਿਕ ਹੈਲਥ ਵੱਲੋਂ ਤਾਂ ਕਿ ਚੈੱਕ ਕਰਨ ਨੂੰ ਕਿ ਆਪਾਂ ਕੁਆਰੰਟੀਨ ਕਰ ਰਹੇ ਹਾਂ ਕਿ ਨਹੀਂ ਕਰ ਰਹੇ। ਇਹਦੇ ਉੱਤੇ ਵੀ ਕਈ ਲੋਕਾਂ ਦਾ ਜਿਹੜਾ ਬਾਇਸ ਦੇਖਣ ਨੂੰ ਮਿਲਿਆ ਹੈਗਾ ਉਹ ਇਹ ਹੈਗਾ ਕਿ ਕਈ ਲੋਕ ਜਿਹੜੇ ਫੋਨ ਆਨਸਰ ਕਰਦੇ ਨੇ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਕਈ ਵਾਰੀ ਉਹਨਾਂ ਤੇ ਨਹੀਂ ਐਕਸ਼ਨ ਲਿਆ ਜਾਂਦਾ। ਪਰ ਕਈ ਲੋਕ ਇਹੋ ਜਿਹੇ ਨੇ ਜਿਹੜੇ ਇੱਕ ਵਾਰੀ ਵੀ ਫੋਨ ਮਿਸ ਕਰਕੇ ਤਾਂ ਰਾਈਟ ਅਵੇ ਨਾਲ ਦੀ ਨਾਲ ਉਹਨਾਂ ਤੇ ਐਕਸ਼ਨ ਹੈ ਜਿਹੜਾ ਉਹ ਲਿਆ ਗਿਆ ਹੈਗਾ। ਸੋ ਉਹ ਪਬਲਿਕ ਹੈਲਥ ਦਾ ਆਪਦਾ ਤਰੀਕਾ ਜੀ ਉਹਨੂੰ ਕਿਵੇਂ ਮੋਨੀਟਰ ਕਰਦੇ ਹੈਗੇ ਆ। ਪਰ ਜਿਹੜਾ ਕਰੰਟ ਸਿਚੁਏਸ਼ਨ ਹੈਗੀ ਆ ਮੈਂ ਪਿਛਲੇ ਹਫ਼ਤੇ ਡਾਕਟਰ ਟੈਮ ਜਿਹੜੇ ਕਿ ਚੀਫ ਮੈਡੀਕਲ ਆਫਿਸਰ ਨੇ ਕੈਨੇਡਾ ਦੇ ਉਹਨਾਂ ਦੀ ਗੱਲ ਦੇਖ ਰਹੇ ਸੀ ਕਿ ਉਹ ਸ਼ਾਇਦ ਜਿਹੜਾ ਕੁਆਰੰਟੀਨ ਵਾਲਾ ਪਾਰਟ ਹੈਗਾ ਇਹਨੂੰ ਕਿਤੇ ਨਾ ਕਿਤੇ ਘਟਾਉਣ ਦੀ ਜਿਹੜੀ ਕੋਸ਼ਿਸ਼ ਉਹ ਕਰਨਗੇ ਜੀ। ਕਿਉਂਕਿ ਟੂਰਿਜ਼ਮ ਜਿਹੜੀ ਇੰਡਸਟਰੀ ਹੈਗੀ ਉਹ ਬਹੁਤ ਜ਼ਿਆਦਾ ਇਫੈਕਟ ਹੋ ਰਹੀ ਹੈ ਕੁਆਰੰਟੀਨ ਕਰਕੇ। ਕਿ ਲੋਕ ਟਰੈਵਲ ਕਰਨਾ ਪਸੰਦ ਨਹੀਂ ਕਰਦੇ ਜੇ ਉਹਨਾਂ ਨੂੰ 14 ਦਿਨ ਕੁਆਰੰਟੀਨ ਹੈ ਜਿਹੜਾ ਕਰਨਾ ਪੈਣਾ। ਪਰ ਜੇ ਨੰਬਰ ਵੱਧ ਗਏ ਤਾਂ ਸ਼ਾਇਦ ਡਾਕਟਰ ਟਾਈਮ ਦੀ ਉਹ ਗੱਲ ਵੀ ਕਿਤੇ ਵਿੱਚ ਰਹਿ ਜਾਣੀ ਹੈ। ਬਿਲਕੁਲ ਸਰ, ਜਿਵੇਂ ਅਸੀਂ ਦੇਖ ਰਹੇ ਹਾਂ ਆਪਾਂ ਪਹਿਲਾਂ ਵੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਗੱਲ ਕਰ ਰਹੇ ਸੀ ਬਹੁਤ ਹੀ ਪਹਿਲਾਂ ਤਾਂ ਮੁਸ਼ਕਿਲ ਨਾਲ ਤੁਹਾਨੂੰ ਕੈਨੇਡਾ ਵਿੱਚ ਐਂਟਰ ਕਰਨ ਦਿੱਤਾ ਜਾ ਰਿਹਾ। ਇਸ ਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਆਪਾਂ ਡਿਸਕਸ ਵੀ ਕੀਤਾ ਸੀ ਕਿ ਕੁਝ ਕੇਸਿਸ ਦੇ ਵਿੱਚ ਇਹ ਹੈ ਕਿ ਤੁਸੀਂ ਕੁਆਰੰਟੀਨ ਨਹੀਂ ਕਰ ਰਹੇ ਤਾਂ ਤੁਹਾਨੂੰ ਡਿਪੋਰਟ ਕਰ ਦਿੱਤਾ ਜਾ ਰਿਹਾ। ਖਾਸ ਤੌਰ ਤੇ ਸਟੂਡੈਂਟਸ ਦੇ ਕੇਸਿਸ ਵਿੱਚ ਇਹ ਮਾਮਲੇ ਵੀ ਸਾਹਮਣੇ ਆ ਰਹੇ। ਸੋ ਜੇ ਇਹ ਕੇਸਿਸ ਜਿਵੇਂ ਦੇ ਹੋ ਰਹੇ ਨੇ ਜੇ ਤੁਸੀਂ ਇੱਥੇ ਪਹੁੰਚ ਰਹੇ ਹੋ ਤੁਸੀਂ ਸੈਲਫ ਕੁਆਰੰਟੀਨ ਨਹੀਂ ਕਰਦੇ ਤਾਂ ਇਹਦੀ ਰਿਸਪੌਂਸਿਬਿਲਿਟੀ ਕਿਸ ਦੀ ਹੋਏਗੀ? ਕਾਲਜ ਦੀ ਜਾਂ ਫਿਰ ਇੱਕ ਇੰਡੀਵਿਜੂਅਲ ਦੀ ਹੋਏਗੀ, ਚਾਹੇ ਉਹ ਵਰਕ ਪਰਮਿਟ ਤੇ ਆਵੇ ਚਾਹੇ ਕਾਲਜ ਦੇ ਵਿੱਚ ਐਜ਼ ਅ ਸਟੂਡੈਂਟ? ਜਿਹੜੀ ਕੁਆਰੰਟੀਨ ਕਰਨ ਦੀ ਰਿਸਪੌਂਸਿਬਿਲਿਟੀ ਆ ਉਹ ਇੱਕ ਇੰਡੀਵਿਜੂਅਲ ਦੀ ਆਪਦੀ ਰਿਸਪੌਂਸਿਬਿਲਿਟੀ ਹੈ ਜੀ। ਕਿਉਂਕਿ ਜਦੋਂ ਤੁਸੀਂ ਆਉਣਾ ਤਾਂ ਤੁਸੀਂ ਕੁਆਰੰਟੀਨ ਪਲਾਨ ਹੈ ਜਿਹੜਾ ਉਹ ਦੇਣਾ ਹੈਗਾ। ਤਾਂ ਟੈਕਨੀਕਲੀ ਜਦ ਤੁਸੀਂ ਐਂਟਰ ਕਰਦੇ ਹੋ CBSA ਆਫਿਸਰ ਤੁਹਾਨੂੰ ਐਂਟਰ ਹੀ ਤਾਂ ਹੋਣ ਦਿੰਦਾ ਜੇ ਤੁਹਾਡੇ ਕੋਲ ਕੁਆਰੰਟੀਨ ਪਲਾਨ ਹੈ। ਉਹਦੇ 'ਚ ਤੁਸੀਂ ਦੱਸਣਾ ਤੁਸੀਂ ਕਿੱਥੇ ਤੁਸੀਂ ਇੱਥੋਂ ਜਿੱਥੇ ਪਲੇਸ ਆਫ ਰੈਜ਼ੀਡੈਂਸ ਹੈ ਉਹ ਕਿਵੇਂ ਪਹੁੰਚਣਾ ਮਿਨੀਮਮ ਕੰਟੈਕਟ ਦੇ ਨਾਲ। ਦੂਜਾ ਉੱਥੇ ਕੀ ਅਰੇਂਜਮੈਂਟਸ ਹੈਗੀਆਂ ਨੇ ਤਾਂ ਤੁਹਾਡੀ ਜੇ ਫੂਡ ਐਂਡ ਤੁਹਾਡੀ ਮੈਡੀਕਲ ਨੀਡਸ ਨੇ ਉਹਦੀ ਕਿਵੇਂ ਟੇਕ ਕੇਅਰ ਕੀਤੀ ਜਾਊਗੀ। ਤੇ ਇਹਦੇ ਨਾਲ ਨਾਲ ਜੇ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਹਨੂੰ ਕਿਵੇਂ ਹੈਂਡਲ ਕਰੋਗੇ। ਇਹ ਪਲਾਨ ਤੁਸੀਂ ਦਿੰਦੇ ਹੋ ਤਾਂ ਹੀ ਤੁਹਾਨੂੰ ਐਂਟਰ ਕਰਨ ਦਿੱਤਾ ਜਾਂਦਾ ਹੈਗਾ। ਸਟੂਡੈਂਟ ਦੇ ਕੇਸ ਦੇ ਵਿੱਚੋਂ ਤਾਂ ਉਹ ਕਲੀਅਰ ਹੈ ਕਿ ਉਹਨਾਂ ਚਿਰ ਕਲਾਸ ਸ਼ੁਰੂ ਹੀ ਨਹੀਂ ਕਰ ਸਕਦਾ ਉਹ ਜਿੰਨੇ ਦਿਨ ਉਹ ਕੁਆਰੰਟੀਨ ਪੂਰਾ ਨਹੀਂ ਕਰ ਲੈਂਦਾ। ਜਿਹੜਾ ਵਰਕਰ ਹੈ ਉਹਦੇ ਵਿੱਚੋਂ ਵੀ ਜੇ ਵਰਕਰ ਨੂੰ ਫੋਰਸ ਕੀਤਾ ਜਾਂਦਾ ਕਿ ਉਹ ਕੰਮ ਕਰੇ ਆ ਕੇ ਉੱਥੇ ਤਾਂ ਫਿਰ EMPLOYER ਰਿਸਪੌਂਸਿਬਲ ਹੈ। ਅਦਰਵਾਈਜ਼ ਜਿਹੜਾ ਕੁਆਰੰਟੀਨ ਹੈ ਉਹ ਸੈਲਫ ਕੁਆਰੰਟੀਨ ਹੈ। ਸੋ ਜਿਹੜਾ ਇੰਡੀਵਿਜੂਅਲ ਉਹਨੇ ਖੁਦ ਕਰਨਾ ਹੈ। ਪਰ ਜੇ ਤੁਹਾਡਾ EMPLOYER ਤੁਹਾਨੂੰ ਫੋਰਸ ਕਰ ਰਿਹਾ ਕਿ ਆ ਕੇ ਕੰਮ ਕਰੋ ਤੇ ਫਿਰ ਕੋਈ ਇਸ਼ੂਜ਼ ਰਾਈਜ਼ ਹੁੰਦੀਆਂ ਤਾਂ EMPLOYER ਦੀ ਰਿਸਪੌਂਸਿਬਿਲਿਟੀ ਵੀ ਹੈ।
ਇਹਦੇ ਨਾਲ ਇੱਕ ਇਹ ਵੀ ਛੋਟ ਹੈ ਜਿਹੜੀ ਦਿੱਤੀ ਗਈ ਹੈ ਤੁਹਾਨੂੰ ਖਾਸ ਕਰਕੇ ਫਾਰਮ ਵਰਕਰਸ ਦੇ ਐਗਰੀਕਲਚਰ ਵਰਕਰਸ ਦੇ ਮਾਮਲੇ ਦੇ ਵਿੱਚੋਂ ਕਿ ਜਿਹੜਾ ਉਹ 14 ਦਿਨ ਕੁਆਰੰਟੀਨ ਕਰਨ ਦਾ ਤਨਖਾਹ ਹੈ ਉਹ ਵੀ ਸਰਕਾਰ ਪੇ ਕਰੂਗੀ ਜੀ। ਸੋ ਵਰਕਰ ਨੇ ਰਹਿਣਾ ਫਾਰਮ ਤੇ ਜਾ ਕੇ ਹੈ, ਕੋਈ ਕੰਮ ਨਹੀਂ ਕਰਨਾ, ਪਰ ਜਿਹੜੀ ਤਨਖਾਹ ਹੈ ਉਹ ਜਿਹੜੀ ਇੱਕ ਇੰਡੀਵਿਜੂਅਲ ਦੇ ਹਿਸਾਬ ਨਾਲ $1500 ਦੋਹਾਂ ਹਫ਼ਤਿਆਂ ਦਾ ਉਹ ਗਵਰਨਮੈਂਟ ਆਫ ਕੈਨੇਡਾ ਪੇ ਕਰੂਗੀ। ਸੋ ਇਹ ਵੀ ਇੱਕ ਛੋਟ ਦਿੱਤੀ ਗਈ ਹੈ ਤਾਂ ਕਿ ਜਿਹੜਾ ਵਰਕਰ ਆ ਉਹ ਲਾਲਚ ਨਾ ਫੀਲ ਕਰੇ ਮੈਂ ਜਾ ਕੇ ਕੰਮ ਕਰਾਂ, ਉਹਨੂੰ ਪਤਾ ਮੈਨੂੰ ਬੈਠੇ ਨੂੰ ਪੈਸੇ ਮਿਲਣਗੇ ਸੋ ਮੈਂ ਆਰਾਮ ਨਾਲ 14 ਦਿਨ ਬੈਠ ਜਾ, ਫਿਰ ਉਹ ਤੋਂ ਬਾਅਦ ਆਪਣਾ ਕੰਮ ਹੈ ਜਿਹੜਾ ਸ਼ੁਰੂ ਕਰਾਂ। ਪਰ ਜੇ ਕੋਈ ਅਬਿਊਜ਼ ਹੋ ਰਿਹਾ ਜਾਂ ਤੁਹਾਨੂੰ ਫੋਰਸ ਕਰਿਆ ਜਾ ਸਕਦਾ ਕਰ ਰਿਹਾ ਐਮਪਲੋਇਰ ਤਾਂ ਉਹਨੂੰ ਸ਼ਿਕਾਇਤ ਕਰਨ ਦੇ ਤਰੀਕੇ ਵੀ ਹੈਗੇ ਆ। ਜੀ ਬਿਲਕੁਲ। ਤੇ ਸਰ ਇਸ ਵਕਤ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਜਿਵੇਂ ਕੈਨੇਡਾ ਦੀ ਗੱਲ ਕਰੀਏ ਤਾਂ ਕਿ ਕਾਫੀ ਪ੍ਰਵਾਸੀਆਂ ਨੂੰ ਬੁਲਾਉਣਗੇ ਕਿਉਂਕਿ ਇੱਥੋਂ ਦੀ ਜਨਰੇਸ਼ਨ ਜਿਹੜੀ ਆ ਆਲਰੇਡੀ ਏਜਡ ਹੋ ਰਹੀ ਆ, ਰਿਟਾਇਰ ਹੋ ਰਹੀ ਆ, ਵਰਕਰਸ ਦੀ ਇਹਨਾਂ ਨੂੰ ਜ਼ਰੂਰਤ ਹੈਗੀ ਆ। ਇਹ ਸੋਚਿਆ ਜਾ ਰਿਹਾ ਸੀ ਕਿ ਵੱਡੀ ਗਿਣਤੀ ਵਿੱਚ ਵੀਜ਼ਾ ਵੀ ਲੱਗਣਗੇ ਜਾਂ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਵਰਕ ਵੀਜ਼ਾ ਈਜ਼ੀਲੀ ਮਿਲ ਜਾਣਗੇ ਚਾਹੇ ਉਹ ਸਪਾਊਸਸ ਦੇ ਕੇਸਿਸ ਦੇ ਵਿੱਚ ਹੋਣ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਰਿਫਿਊਜ਼ਲ ਰੇਟਸ ਬਹੁਤ ਜ਼ਿਆਦਾ ਆ ਰਹੀਆਂ ਨੇ। ਇਹਦਾ ਕੀ ਕਾਰਨ ਹੈ? ਇਮੀਗ੍ਰੇਸ਼ਨ ਇੰਨਾ ਸਟ੍ਰਿਕਟ ਕਿਉਂ ਹੋ ਗਿਆ? ਤਰਨ ਜਿਹੜਾ ਡੈਫੀਨੇਸ਼ਨ ਹੈਗਾ ਵਰਕਰ ਦਾ ਜਾਂ ਡੈਫੀਨੇਸ਼ਨ ਹੈਗਾ ਸਟੂਡੈਂਟ ਦਾ, ਇਹ ਇੱਕ ਇੰਡੀਵਿਜੂਅਲ ਨੇ ਪੂਰਾ ਕਰਨਾ ਤਾਂ ਹੀ ਉਹਦੇ ਸਪਾਊਸ ਨੂੰ ਹੈ ਜਿਹੜਾ ਉਹ ਵੀਜ਼ਾ ਦਿੱਤਾ ਜਾ ਸਕਦਾ ਹੈ। ਦੂਜੇ ਪਾਸੇ ਡੈਫੀਨੇਸ਼ਨ ਹੈਗਾ ਸਪਾਊਸ ਦਾ, ਤਾਂ ਇਹਨੂੰ ਦੋ ਹਿੱਸਿਆਂ 'ਚ ਵੰਡ ਕੇ ਇਸ ਚੀਜ਼ ਨੂੰ ਦੇਖਿਆ ਜਾ ਸਕਦਾ ਹੈ। ਪਹਿਲਾਂ ਤਾਂ ਜਿਹੜਾ ਸਟੂਡੈਂਟ ਹੈ ਜਾਂ ਵਰਕਰ ਹੈ ਉਹਦੀ ਡੈਫੀਨੇਸ਼ਨ ਕੀ ਹੈ? ਸਟੂਡੈਂਟ ਦੀ ਡੈਫੀਨੇਸ਼ਨ ਹੈਗੀ ਹੈ ਉਹ ਸੈਕਸ਼ਨ 220 ਦੇ ਥੱਲੇ ਹੈ, ਉਹ ਵੈਰੀ ਕਲੀਅਰ ਹੈਗੀ ਹੈ ਕਿ ਜਿਹੜਾ ਸਟੂਡੈਂਟ ਹੈ ਉਹਦੇ ਤੇ ਫੋਲੋਇੰਗ ਕੰਡੀਸ਼ਨ ਹੈ। ਪਹਿਲੀ ਕੰਡੀਸ਼ਨ ਹੈਗੀ ਆ ਉਹ ਇਨਰੋਲਡ ਹੋਣਾ ਚਾਹੀਦਾ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਦੇ ਵਿੱਚ, ਮਤਲਬ ਦਾਖਲਾ ਉਹਦਾ ਹੋਣਾ ਜ਼ਰੂਰੀ ਹੈ। ਦੂਜਾ ਉਹਦੀ ਜਿਹੜੀ ਐਕਟਿਵਲੀ ਪਰਸੂ ਕਰਦਾ ਹੋਣਾ ਚਾਹੀਦਾ ਪੜ੍ਹਾਈ ਨੂੰ, ਮਤਲਬ ਕਿ ਉਹਨੂੰ 5 ਮਹੀਨੇ ਦਾ ਹੋਣਾ ਚਾਹੀਦਾ। ਇਹਦੇ ਨਾਲ 6 ਮਹੀਨੇ ਤੋਂ ਘੱਟ ਦਾ ਸਮਾਂ ਰਹਿੰਦਾ ਹੋਵੇ ਪਰਮਿਟ ਐਕਸਪਾਇਰ ਹੋਣ ਦੀ ਪੜ੍ਹਾਈ ਪੂਰੀ ਹੋਣੀ। ਜੇ 6 ਮਹੀਨੇ ਤੋਂ ਜ਼ਿਆਦਾ ਸਮਾਂ ਰਹਿੰਦਾ ਤਾਂ ਵੀ ਉਹਨੂੰ ਸਟੂਡੈਂਟ ਨਹੀਂ ਮੰਨਿਆ ਜਾਊਗਾ ਕਿਉਂਕਿ ਉਹਨਾਂ ਟਾਈਮ ਤਾਂ ਪ੍ਰੋਸੈਸਿੰਗ ਹੈਗੀ ਜੀ। ਸੋ ਉਹ ਪੜ੍ਹਾਈ ਕਰਦਾ ਹੋਣਾ ਚਾਹੀਦਾ, ਪਾਸ ਹੁੰਦਾ ਹੋਣਾ ਚਾਹੀਦਾ, 6 ਮਹੀਨੇ ਤੋਂ ਘੱਟ ਦਾ ਸਮਾਂ ਨਹੀਂ ਰਹਿੰਦਾ ਹੋਣਾ ਚਾਹੀਦਾ ਤਾਂ ਉਹ ਡੈਫੀਨੇਸ਼ਨ ਪੂਰੀ ਕਰਦਾ। ਸੇਮ ਵਰਕਰ ਦੇ ਵਿੱਚੋਂ ਜਿਹੜੇ ਸਪਾਊਸ ਨੇ ਵਰਕਰਸ ਦੇ ਉਹ ਤਾਂ ਹੀ ਕੁਆਲੀਫਾਈ ਕਰ ਸਕਦੇ ਨੇ ਜੇ ਵਰਕਰ ਹੈ ਜਿਹੜਾ ਉਹ A ਜਾਂ B ਕੈਟਾਗਰੀ ਦੇ ਵਿੱਚੋਂ ਕੰਮ ਕਰਦਾ ਹੈ। ਤਾਂ ਜੇ C ਜਾਂ D 'ਚ ਕੰਮ ਕਰਦਾ ਲੋ ਸਕਿੱਲ ਹੈ ਫਿਰ ਉਹ ਕੁਆਲੀਫਾਈ ਨਹੀਂ ਕਰੂਗਾ। ਉਹਨੂੰ ਜਸਟੀਫਾਈ ਕਰਨ ਲਈ ਜਿਹੜਾ ਤੁਹਾਡਾ ਐਮਪਲੋਇਰ ਤੁਹਾਨੂੰ ਚਿੱਠੀ ਦਿੰਦਾ ਹੈਗਾ ਉਹ ਚਿੱਠੀ ਦੇ ਉੱਤੇ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਲਿਖੀਆਂ ਹੋਣੀਆਂ ਬਹੁਤ ਜ਼ਰੂਰੀ ਨੇ। ਜੇ ਉਹ ਤੇ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਨਹੀਂ ਲਿਖੀਆਂ ਤਾਂ ਇੱਕ ਆਫਿਸਰ ਕਿਵੇਂ ਮੰਨੂਗਾ ਕਿ ਤੁਸੀਂ ਉਹ ਡੈਫੀਨੇਸ਼ਨ ਪੂਰੀ ਕਰਦੇ ਹੋ? ਕੱਲਾ ਟਾਈਟਲ ਲਿਖਣ ਨਾਲ ਤਾਂ ਉਹ ਡੈਫੀਨੇਸ਼ਨ ਪੂਰੀ ਨਹੀਂ ਹੋਣੀ, ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਵੀ ਹੋਣੀਆਂ ਚਾਹੀਦੀਆਂ ਨੇ। ਤੋ ਜੇ ਉਹਦੇ ਤੇ ਉਹ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਨਹੀਂ ਲਿਖੀਆਂ ਹੋਈਆਂ ਤਾਂ ਤੁਸੀਂ ਜਿਹੜਾ ਵਰਕਰ ਦੀ ਡੈਫੀਨੇਸ਼ਨ ਆ ਹਾਈ ਸਕਿੱਲ ਵਰਕਰ ਦੀ ਉਹ ਪੂਰੀ ਨਹੀਂ ਕਰ ਸਕੋਗੇ। ਦੂਜੇ ਪਾਸੇ ਜਿਹੜਾ ਡੈਫੀਨੇਸ਼ਨ ਆਫ ਸਪਾਊਸ ਹੈ ਉਹ ਰੈਗੂਲੇਸ਼ਨ 4 ਦੇ ਵਿੱਚ ਲਿਖਿਆ। ਜਿਹੜੀ ਕਾਨੂੰਨ ਦੀ ਧਾਰਾ 4 ਹੈਗੀ ਹੈ ਉਹ ਕਹਿੰਦੀ ਹੈ ਕਿ ਜਿਹੜਾ ਸਪਾਊਸ ਹੈ ਉਹਨੂੰ ਮੈਂਬਰ ਆਫ ਫੈਮਿਲੀ ਕਲਾਸ ਨਾ ਮੰਨਿਆ ਜਾਵੇ ਤੇ ਉਹਨੂੰ ਵੀਜ਼ਾ ਨਾ ਦਿੱਤਾ ਜਾਵੇ ਜੇ ਪਹਿਲਾ ਕਿ ਉਹ ਵਿਆਹ ਜੈਨੂਇਨ ਨਹੀਂ ਹੈਗਾ, ਦੂਜਾ ਇਹ ਵਿਆਹ ਦਾ ਪਰਪਸ ਹੈ ਜਿਹੜਾ ਇਮੀਗ੍ਰੇਸ਼ਨ ਹੈ। ਤੋ ਜੇ ਇਹ ਕ੍ਰਾਈਟੇਰੀਆ ਉਹ ਮੀਟ ਨਹੀਂ ਕਰਦੇ ਚਾਹੇ ਉਹਨਾਂ ਕੋਲ ਮੈਰਿਜ ਸਰਟੀਫਿਕੇਟ ਵੀ ਹੈਗਾ, ਚਾਹੇ ਲੀਗੈਲਿਟੀ ਆਫ ਮੈਰਿਜ ਹੈ, ਉਹਦਾ ਵਿਆਹ ਦਾ ਕਾਨੂੰਨੀ ਮਾਨਤਾ ਪ੍ਰਾਪਤ ਵੀ ਹੈ, ਪਰ ਤਾਂ ਵੀ ਉਹ ਆਹ ਡੈਫੀਨੇਸ਼ਨ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਵੀ ਉਹ ਕੇਸ ਹੈ ਜਿਹੜਾ ਰਿਫਿਊਜ਼ ਹੋ ਚੁੱਕਾ। ਇੱਥੇ ਮੈਜੋਰਿਟੀ ਕੇਸਿਸ 'ਚ ਇਹ ਕਾਰਨ ਹੈ ਕਿ ਜਿਹੜੀ ਸਬੂਤਾਂ ਦੀ ਕਮੀ ਹੈ। ਹੁਣ ਸਭ ਤੋਂ ਵੱਡੀ ਪ੍ਰੋਬਲਮ ਕਿੱਥੇ ਆ ਰਹੀ ਹੈ ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਹੈਲੋ हेलो सत श्री अकाल जी। मैं एक क्वेश्चन पूछना चाहना। मैं क्वेश्चन में पूछना चाहना कि चूंकि गवर्नमेंट कनाडा ने अलाउ करता है कि ਤੁਸੀਂ ਕੈਨੇਡਾ ਦੇ ਅੰਦਰ ਰਹਿ ਕੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਵਿਜ਼ਟਰ ਵੀਜ਼ਾ ਤੇ। ਨਾਰਮਲੀ ਐਪਲੀਕੇਸ਼ਨ ਕਿੰਨੇ ਦਿਨਾਂ ਚ ਪ੍ਰੋਸੈਸ ਹੋ ਕੇ ਆ ਰਹੀ ਹੈ ਵਰਕ ਪਰਮਿਟ ਦੀ? ਜੇ ਕੋਈ ਅੱਜ ਐਪਲੀਕੇਸ਼ਨ ਲਾਉਂਦਾ ਹੈ ਤਾਂ ਕਿੰਨੇ ਦਿਨਾਂ ਚ ਪ੍ਰੋਸੈਸ ਹੋ ਕੇ ਆ ਜਾਂਦੀ ਹੈ ਜਾਂ ਟਾਈਮ ਉਹਦਾ ਵੀ ਜ਼ਿਆਦਾ ਲੱਗ ਰਿਹਾ ਹੈ? ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਨਸਰ ਲਈ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਅਜੇ ਬਹੁਤ ਜ਼ਿਆਦਾ ਬੈਕਲੌਗ ਹੈਗਾ। ਸੋ ਇਸ ਵੇਲੇ ਕਰੀਬਨ ਫੈਬਰੂਰੀ ਮਾਰਚ ਵਾਲੀਆਂ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਨੇ ਤਾਂ ਕਰੀਬਨ 5-6 ਮਹੀਨੇ ਦਾ ਸਮਾਂ ਜਿਹੜਾ ਲੱਗ ਰਿਹਾ ਹੈਗਾ। ਪਰ ਇਹਦੇ 'ਚ ਇੱਕ ਛੋਟ ਵੀ ਦਿੱਤੀ ਗਈ ਹੈ ਤਾਂ ਉਹ ਛੋਟ ਇਹ ਹੈਗੀ ਹੈ ਜੇ ਤੁਸੀਂ ਆਲਰੇਡੀ ਵਰਕਰ ਹੈਗੇ ਹੋ ਤੇ ਤੁਸੀਂ ਨਵੇਂ EMPLOYER ਨਾਲ ਕੰਮ ਕਰਨ ਜਾ ਰਹੇ ਹੋ ਪਰ ਤੁਹਾਡੇ ਕੋਲ ਵਰਕ ਪਰਮਿਟ ਹੈਗਾ, ਤੁਸੀਂ EMPLOYER ਚੇਂਜ ਕਰਨਾ ਤਾਂ ਇੱਕ ਸਪੈਸ਼ਲ ਪ੍ਰੋਵੀਜ਼ਨ ਦਿੱਤੀ ਗਈ ਹੈ ਜਿੱਥੇ ਕਿ ਜਦ ਤੱਕ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋਵੇ ਤੁਹਾਨੂੰ ਇਜਾਜ਼ਤ ਦਿੱਤੀ ਜਾਊਗੀ ਨਵੇਂ EMPLOYER ਨਾਲ ਕੰਮ ਕਰਨ ਨੂੰ। ਉਹ ਕਰੀਬਨ 10 ਦਿਨਾਂ 'ਚ ਪ੍ਰੋਸੈਸ ਹੋ ਜਾਂਦਾ। ਪਰ ਜੇ ਤੁਸੀਂ
ਜਾ ਰਹੇ ਹੋ ਸਟੂਡੈਂਟ ਤੋਂ ਵਰਕਰ ਜਾਂ ਵਿਜ਼ਿਟਰ ਤੋਂ ਵਰਕਰ ਜਾ ਰਹੇ ਹੋ ਤਾਂ ਟਾਈਮ ਹੈ ਜਿਹੜਾ ਉਹ ਇੰਨਾ ਲੱਗਣਾ ਹੈ ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ BC ਤੋਂ ਬੋਲ ਰਿਹਾ ਜੀ ਸਰ, ਦੱਸੋ ਕੀ ਸਵਾਲ ਹੈ? ਮੇਰਾ ਸਵਾਲ ਇਹ ਹੈ, ਜਿੱਦਾਂ ਕਿ ਮੇਰੇ ਵਰਕ ਪਰਮਿਟ ਨਾ ਮਾਰਚ ਦਾ ਅਪਲਾਈ ਕੀਤਾ ਹੋਇਆ, ਸਪਾਊਸ ਓਪਨ ਵਰਕ ਪਰਮਿਟ 26 ਮਾਰਚ ਨੂੰ ਅਪਲਾਈ ਕੀਤਾ ਸੀਗਾ। ਉਹਦਾ ਕੋਈ ਹੈਲੋ ਜੀ ਸਰ, ਆਪਣਾ ਸਵਾਲ ਰੱਖੋ। ਹੈਲੋ ਹਾਂਜੀ 26 ਮਾਰਚ ਦਾ ਅਪਲਾਈ ਕੀਤਾ ਹੋਇਆ ਵਰਕ ਪਰਮਿਟ ਜੀ, ਤੇ ਉਹਦਾ ਕੋਈ ਹਜੇ ਤੱਕ ਰਿਜ਼ਲਟ ਨਹੀਂ ਆ ਰਿਹਾ। ਜਿੱਦਾਂ ਕਿ ਮੈਨੂੰ ਕੋਈ ਕਹਿ ਰਿਹਾ ਜਿੱਦਾਂ ਕਿ ਬਾਰਡਰ ਤੇ ਜਾ ਕੇ ਮੈਂ ਵਰਕ ਪਰਮਿਟ ਲੈ ਸਕਦਾ ਵਾਂ, ਕੋਈ ਪ੍ਰੋਬਲਮ ਵਾਲੀ ਗੱਲ ਤਾਂ ਨਹੀਂ ਹੈਗੀ ਉੱਥੇ? ਜੀ ਸਰ, ਆਪਾਂ ਟੀਵੀ ਸਕਰੀਨ ਤੇ ਆ ਸਕਦੇ ਹਾਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਧੰਨਵਾਦ ਜੀ। ਜੀ ਸਰ। ਹਾਂਜੀ, ਸੋ ਹਾਲੇ ਮਾਰਚ ਵਾਲੇ ਨੇ, ਉਹਨਾਂ ਦੀ ਵਾਰੀ ਸੂਨ ਆ ਜਾਣੀ ਹੈ ਕਿਉਂਕਿ ਫਰਵਰੀ ਮਾਰਚ ਵਾਲੀਆਂ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਪ੍ਰੋਸੈਸ ਹੋ ਰਹੀਆਂ ਨੇ, ਤਾਂ ਜ਼ਰੂਰ ਉਹਨਾਂ ਦੀ ਵਾਰੀ ਜਿਹੜੀ ਆ ਜੂਗੀ ਜੀ। ਕਿਉਂਕਿ ਆਲਰੇਡੀ ਇੱਕ ਐਪਲੀਕੇਸ਼ਨ ਉਹਨਾਂ ਨੇ ਕੀਤੀ ਹੋਈ ਹੈ, ਸੋ ਬਾਰਡਰ ਤੇ ਜਾ ਕੇ ਉਹ ਨਹੀਂ ਕਰ ਸਕਦੇ। ਇਸ ਲਈ ਤਾਂ ਪ੍ਰੋਵੀਜ਼ਨ ਕੀਤਾ ਗਿਆ ਨਾ ਤਾਂ ਕਿ ਉਹ ਸਾਰੀਆਂ ਇਮੀਗ੍ਰੇਸ਼ਨ ਵਾਲੀਆਂ ਐਪਲੀਕੇਸ਼ਨਸ ਉਹੀ ਹੈਂਡਲ ਕਰਨ। ਸੂਨ ਆ ਜਾਣਾ ਚਾਹੀਦਾ ਹੈ ਸਰ। ਮੈਂ ਆਪਾਂ ਉਹਦੀ ਗੱਲ ਵੀ ਕਰਾਂਗੇ। ਇਸ ਵਕਤ ਆਪਾਂ ਸਬੂਤਾਂ ਦੀ ਕਮੀ ਦੀ ਗੱਲ ਕਰ ਰਹੇ ਸੀ। ਇਹਦੇ ਨਾਲ ਹੀ ਰੈਲੇਵੈਂਟ ਇੱਕ ਜ਼ਰੂਰ ਹੈ ਕਿ ਮੈਂ ਇੱਕ ਨਿਊਜ਼ ਪੜ੍ਹ ਰਹੀ ਸੀ, ਕਿਹਾ ਹੋਇਆ ਕਿ EMPLOYERS ਨੂੰ ਜਿਹੜਾ ਆ ਉਹ ਸੋਸ਼ਲ ਇੰਸ਼ੋਰੈਂਸ ਨੰਬਰ, ਜਿਹੜੇ ਫੋਰਨ ਵਰਕਰਸ ਨਹੀਂ ਹੈਗੇ ਉਹਨਾਂ ਨੂੰ ਤਾਂ ਵੀ ਜਿਹੜੀ ਆ ਸੈਲਰੀ ਦੇਣੀ ਪੈਣੀ ਆ। ਬਿਲਕੁਲ ਜੀ। ਇਹ ਕੀ ਸਿਸਟਮ ਹੈ ਸਰ? ਇਹ ਜਿਹੜਾ ਕਈ ਵਾਰੀ ਕੀ ਹੁੰਦਾ ਸੀ ਕਿ ਜਿੰਨਾ ਚਿਰ ਉਹਨਾਂ ਦਾ ਸੋਸ਼ਲ ਇੰਸ਼ੋਰੈਂਸ ਨੰਬਰ ਨਹੀਂ ਆਉਂਦਾ ਹੈਗਾ ਉਹਨਾਂ ਚਿਰ ਉਹਨਾਂ ਨੂੰ ਡਿਲੇ ਕੀਤਾ ਜਾਂਦਾ ਸੀ, ਉਹ ਕੰਮ ਨਹੀਂ ਰੱਖ ਸਕਦੇ ਸੀਗੇ। ਪਰ ਉਹਨੂੰ ਜਿਹੜੀ ਪ੍ਰੋਵੀਜ਼ਨ ਹੈਗੀ ਆ ਉਹ 000 ਨੰਬਰ ਪਾ ਕੇ ਤੇ ਉਹਨੂੰ ਸੈਲਰੀ ਦੇਣਾ ਪੈਣਾ। ਸੋ ਇਹ ਬਹਾਨਾ ਨਹੀਂ ਲਾ ਸਕਦੇ ਕਿ ਜੇ ਤੇਰਾ ਸੋਸ਼ਲ ਇੰਸ਼ੋਰੈਂਸ ਨੰਬਰ ਨਹੀਂ ਆਇਆ ਤੈਨੂੰ ਪੇ ਨਹੀਂ ਕੀਤਾ ਜਾਊਗਾ। ਉਹ ਗਵਰਨਮੈਂਟ ਨੇ ਆਪਣੇ ਹਿਸਾਬ ਨਾਲ ਹੈਂਡਲ ਕਰਨਾ, ਕਿਉਂਕਿ ਉਹਦੇ 'ਚ ਜਿਹੜਾ ਰਿਮੂਨਰੇਸ਼ਨ ਦਾ ਪਾਰਟ ਹੈ ਉਹ EMPLOYER ਦੀ ਰਿਸਪੌਂਸਿਬਿਲਿਟੀ ਹੈ। EMPLOYER ਉੱਥੇ ਇੰਟਰਸਟ ਕੰਮ ਕਰ ਰਿਹਾ ਹੈ ਗਵਰਨਮੈਂਟ ਦੇ ਬਿਹਾਫ ਤੇ, ਕਿਉਂਕਿ ਜਿਹੜਾ EI ਟੈਕਸਿਸ ਤੇ ਦੂਜਾ ਤੁਹਾਡਾ CPP ਕੱਟਣਾ ਉਹ ਕੱਟ ਲੈ ਜਦੋਂ EMPLOYER ਨੇ ਕਰ ਲਿਆ ਤਾਂ EMPLOYER ਦੀ ਰਿਸਪੌਂਸਿਬਿਲਿਟੀ ਹੈ ਗਵਰਨਮੈਂਟ ਨੂੰ ਉਹ ਵਾਪਸ ਦੇਣਾ। ਸੋ ਜਿਹੜਾ EMPLOYER ਉਹ ਕਸਟੋਡੀਅਨ ਦਾ ਕੰਮ ਕਰ ਰਿਹਾ ਉਹਨਾਂ ਪੈਸੇ ਤੋਂ, EMPLOYER ਦੇ ਪੈਸੇ ਨਹੀਂ, ਉਹਨੇ ਕੱਟ ਲਏ ਤੇ ਉਹ ਗਵਰਨਮੈਂਟ ਨੂੰ ਦੇਣੇ ਹੈਗੇ ਨੇ। ਤੋ ਉਹ ਜਿੰਨਾ ਜੋ ਪੇਰੋਲ ਸਟਰਕਚਰ ਚੱਲਦਾ ਰਹੂਗਾ ਤਾਂ ਹੀ ਤਾਂ ਕੰਮ ਚੱਲੂਗਾ, ਨਹੀਂ ਅਦਰਵਾਈਜ਼ ਹੁਣ ਤਨਖਾਹ ਨਹੀਂ ਦਿੱਤੀ ਤੇ ਫਿਰ ਉਹ ਕਿੱਥੋਂ ਬਾਅਦ ਚੋਂ ਪੇ ਕਰਨੇ ਆ ਜੀ। ਬਿਲਕੁਲ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ ਹੋਰ। ਹੈਲੋ ਜੀ, ਮੈਂ ਲਵਦੀਪ ਬੋਲ ਰਹੀ ਹਾਂ ਆਟਵਾ ਤੋਂ। ਜੀ ਲਵਦੀਪ ਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੇਰੀ ਸਟੱਡੀ ਪਰਮਿਟ ਦੀ ਐਕਸਟੈਂਸ਼ਨ ਲਗਾਈ ਸੀ ਜੁਲਾਈ 1 ਨੂੰ, ਔਰ ਨਾਲ ਹੀ ਮੇਰੇ ਹਸਬੈਂਡ ਦੀ ਓਪਨ ਵਰਕ ਪਰਮਿਟ ਦੀ ਐਕਸਟੈਂਸ਼ਨ ਲੱਗੀ ਹੋਈ ਹੈ। ਮੈਂ ਪੁੱਛਣਾ ਚਾਹਨੀ ਹਾਂ ਕਿ ਉਹ ਫਾਈਲ ਰਿਜੈਕਟ ਤਾਂ ਨਹੀਂ ਹੋ ਜਾਵੇਗੀ ਜਿੱਦਾਂ ਹੁਣ ਸਪਾਊਸ ਦੇ ਕੇਸ ਰਿਜੈਕਟ ਹੋ ਰਹੇ ਨੇ? ਉਹ ਡਿਪੈਂਡ ਕਰੂਗਾ ਜੀ ਤੁਸੀਂ ਸਬੂਤ ਨੇ ਜਿਹੜੇ ਉਹ ਕਿਸ ਕਿਸਮ ਦੇ ਦਿੱਤੇ ਹੈਗੇ ਨੇ। ਤੋ ਜੇ ਤਾਂ ਤੁਹਾਡੇ ਸਬੂਤ ਸਹੀ ਹੈਗੇ ਨੇ ਤਾਂ ਬਿਲਕੁਲ ਰਿਜੈਕਟ ਨਹੀਂ ਹੋਊਗਾ, ਪਰ ਜੇ ਸਬੂਤਾਂ ਦੀ ਕਮੀ ਹੋਊਗੀ ਤਾਂ ਫਿਰ ਬਿਲਕੁਲ ਆਫਿਸਰ ਕੋਲ ਡਿਸਕ੍ਰੈਸ਼ਨ ਹੈਗਾ ਜੀ ਉਹਨੂੰ ਰਿਜੈਕਟ ਕਰਨ ਦਾ। ਤੇ ਦੂਜਾ ਜੋ ਰਿਜੈਕਟ ਕਰਦਾ ਤਾਂ ਆਪ ਜੀ ਕੋਲੇ ਉਹਦੇ ਆਪ ਦਾ ਕਾਨੂੰਨੀ ਹੱਕ ਹੈ ਉਸ ਡਿਸੀਜਨ ਨੂੰ ਅਪੀਲ ਕਰਨਾ। ਜੇ ਰਿਫਿਊਜ਼ ਕਰਦੇ ਤੁਸੀਂ ਉਹਨੂੰ ਅਪੀਲ ਕਰ ਸਕਦੇ। ਇਹੀ ਆਪਾਂ ਡਿਸਕਸ਼ਨ ਕਰ ਰਹੇ ਹਾਂ ਕਿ ਕੀ ਕਾਰਨ ਹੈਗੇ ਨੇ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਤੁਸੀਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਪ੍ਰੋਗਰਾਮ ਦੇ ਵਿੱਚ ਬਣੇ ਰਹੋ, ਤੁਹਾਨੂੰ ਮਿਲ ਜਾਏਗੀ। ਥੈਂਕ ਯੂ ਸੋ ਮਚ ਜੀ ਸਰ। ਪਹਿਲਾਂ ਆਪਾਂ ਇਸੇ ਡਿਸਕਸ਼ਨ ਦੇ ਉੱਤੇ ਕਰਾਂਗੇ, ਫਿਰ ਮੈਂ ਇੰਸ਼ੋਰੈਂਸ ਨੰਬਰ ਦੇ ਆਉਂਗੀ। ਬਿਲਕੁਲ। ਸੋ ਜਿਹੜਾ ਵਿਦਨ ਕੈਨੇਡਾ ਉੱਥੇ ਇੱਕ ਐਗਜ਼ੈਂਪਸ਼ਨ ਦਿੱਤਾ ਹੈ ਕਿ ਜਿਹੜੇ LMI ਐਗਜ਼ੈਂਪਟ ਕੈਟਾਗਰੀਜ਼ ਨੇ ਉਹ ਪੇਪਰ ਐਪਲੀਕੇਸ਼ਨ ਕਰ ਸਕਦੇ ਨੇ। ਤੇ ਜਿਹੜੇ ਪਰ ਕੈਨੇਡਾ ਤੋਂ ਬਾਹਰ ਜੇ ਕੋਈ ਆ ਰਿਹਾ ਹੈ ਤਾਂ ਵਰਕਰ ਜਾਂ ਉਹ ਸਟੂਡੈਂਟ ਸਪਾਊਸ ਦੇ ਤੌਰ ਤੇ ਆ ਰਿਹਾ, ਉਹਨੂੰ ਆਨਲਾਈਨ ਐਪਲੀਕੇਸ਼ਨ ਕਰਨੀ ਪੈਣੀ ਹੈ। ਆਨਲਾਈਨ ਐਪਲੀਕੇਸ਼ਨ ਦੇ ਵਿੱਚੋਂ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਹੈ ਉਹ ਹੈਗੀ ਸਪੇਸ ਦੀ ਕਮੀ ਹੋਣਾ, ਕਿਉਂਕਿ ਉਹ ਤੋਂ ਵੱਧ ਤੁਸੀਂ ਜਗ੍ਹਾ 'ਚ ਜਿਹੜੀ ਅਪਲੋਡ ਨਹੀਂ ਕਰ ਸਕਦੇ ਡਾਕੂਮੈਂਟ। ਦੂਜਾ ਜਿਹੜਾ ਇਹਦੇ ਨਾਲ ਮੁੱਦਾ ਹੈਗਾ ਉਹ ਹੈਗਾ ਕਿ ਜ਼ਿੰਮੇਵਾਰੀ ਸਾਰੀ ਤੁਹਾਨੂੰ ਦੇਤੀ, ਓਨਸ ਸਾਰਾ ਤੁਹਾਨੂੰ ਦੇਤਾ ਕਿ ਤੁਸੀਂ ਸਬੂਤ ਪੂਰੇ ਕਰੋ, ਪਰ ਜਗ੍ਹਾ ਤੁਹਾਨੂੰ ਪਤਾ ਕਿਵੇਂ ਲੱਗੇ ਵੀ ਕਿਹੜਾ ਸਬੂਤ ਜਿਹੜਾ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਉਸ ਵਕਤ ਲਗਾਉਣਾ ਨਾਲ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਮੈਂ ਇੱਕ ਇੰਟਰਨੈਸ਼ਨਲ ਸਟੂਡੈਂਟ ਹਾਂ ਜੀ ਤੇ ਮੇਰੀ ਸਟੱਡੀ ਟੋਰਾਂਟੋ ਤੋਂ ਪੂਰੀ ਹੋ ਚੁੱਕੀ ਹੈ 1 ਸਾਲ ਦੀ, ਬਟ ਫਿਲਹਾਲ ਮੈਂ ਐਲਬਰਟਾ ਹਾਂ ਤੇ ਮੈਂ ਹੁਣ ਇੱਥੇ ਕੰਟੀਨਿਊ ਕਰ ਸਕਦੀ ਹਾਂ ਸਟੱਡੀ ਐਂਡ PR ਕੇ ਤੱਕ? ਹਾਂਜੀ ਜ਼ਰੂਰ, ਤੁਸੀਂ ਜ਼ਰੂਰ ਬਿਲਕੁਲ ਕਰ ਸਕਦੇ ਹੋ ਜੀ। ਜੇ ਪੜ੍ਹਾਈ ਪੂਰੀ ਹੋਗੀ ਤਾਂ ਤੁਹਾਡੇ ਕੋਲੇ 150 ਡੇਜ਼ ਦਾ ਸਮਾਂ ਹੈਗਾ, ਉਹਦੇ ਵਿੱਚ ਤੁਸੀਂ ਆਪਣੀ ਨਵੀਂ ਪੜ੍ਹਾਈ ਸ਼ੁਰੂ ਕਰਨੀ ਹੈਗੀ ਹੈ ਤੇ ਤੁਸੀਂ ਕਿਤੇ ਵੀ ਕੈਨੇਡਾ 'ਚ ਪੜ੍ਹ ਸਕਦੇ ਹੋ, ਤੁਹਾਡੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਉਹ ਤੋਂ ਬਾਅਦ ਜਿਹੜਾ ਤੁਸੀਂ ਕੰਮ ਕਰੋਗੇ ਜੀ ਇਮੀਗ੍ਰੇਸ਼ਨ ਤਾਂ ਉਹ ਨਹੀਂ ਦਬਾਉਣੀ ਹੈਗੀ। ਸੋ ਪੜ੍ਹਾਈ ਕਰਕੇ ਤਾਂ ਇਮੀਗ੍ਰੇਸ਼ਨ ਨਹੀਂ ਹੋਣੀ, ਪਰ ਜੇ ਤੁਹਾਡਾ ਸਵਾਲ ਹੈ
ਤੇ ਤੁਸੀਂ ਪੜ੍ਹ ਸਕਦੇ ਹੋ ਅਲਬਰਟਾ 'ਚ, ਬਿਲਕੁਲ ਪੜ੍ਹ ਸਕਦੇ ਹੋ ਜੇ ਤੁਸੀਂ ਟਾਈਮਲੀ ਮੈਨਰ 'ਚ ਆਪਣੀ ਐਪਲੀਕੇਸ਼ਨ ਅਗਲੀ ਕਰ ਦਿੰਦੇ ਆ ਜੀ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਕੁਐਸਚਨ ਕਰਨ ਦੇ ਲਈ ਜੀ। ਸਰ ਅਸੀਂ ਗੱਲ ਕਰ ਸੀ ਪ੍ਰੂਫ ਦੀ। ਬਿਲਕੁਲ। ਤੋ ਜਿਹੜਾ ਓਨਸ ਇੰਡੀਵਿਜੂਅਲ ਦੇ ਉੱਤੇ ਹੈ, ਗੱਲ ਕਰਾਂਗੇ। ਜੀ, ਜ਼ਰੂਰ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਸਰ? ਮੈਮ ਮੈਂ ਵੈਨਕੂਵਰ ਤੋਂ ਬੋਲਦਾ ਸੀਗਾ ਜੀ। ਮੇਰਾ ਜੀ। ਕੁਐਸਚਨ ਸੀਗਾ ਸਰ ਦੇ ਲਈ ਇੱਕ ਛੋਟਾ ਜਿਹਾ। ਜੀ ਜੀ, ਜੀ, ਰੱਖੋ ਜ਼ਰੂਰ। ਸਵਾਲ। ਸਰ ਮੈਂ ਨਾ ਇੱਕ ਲਾਸਟ ਈਅਰ ਲਾਈਕ ਨਵੰਬਰ ਦੇ ਵਿੱਚ ਫੈਡਰਲ ਸਕਿੱਲ ਫੀਲਡ ਦੇ ਵਿੱਚ ਅਪਲਾਈ ਕੀਤਾ ਸੀਗਾ ਤੇ ਸਰ ਮੈਨੂੰ ਬਸ 1 ਈਅਰ ਹੋਣ ਵਾਲਾ, ਬਟ ਕੋਈ ਅਪਡੇਟ ਨਹੀਂ ਆਈ। ਮੈਂ ਉਹਨਾਂ ਨੂੰ ਵੈਬ ਫਾਰਮ ਵੀ ਭੇਜੇ ਸੀਗੇ ਤੇ 2 ਮੰਥ ਹੋ ਗਏ ਮੇਰੇ ਕਿਸੇ ਵੈਬ ਫਾਰਮ ਦਾ ਵੀ ਨਹੀਂ ਰਿਪਲਾਈ ਕਰ ਰਹੇ। ਮੇਰੀ ਲਾਸਟ ਅਪਡੇਟ ਸੀਗਾ ਮੈਡੀਕਲ ਐਗਜ਼ਾਮੀਨੇਸ਼ਨ ਕਲਿੱਕ ਦਿੱਤਾ ਸੀ। ਜੀ ਜੀ ਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਧੰਨਵਾਦ ਜੀ ਸਰ। ਤੋ ਵੈਬ ਫਾਰਮ ਹੈਗਾ ਜਿਹੜਾ, ਉਹ ਇੱਕ ਕਮਿਊਨੀਕੇਸ਼ਨ ਦਾ ਮੋਡ ਹੈ। ਉਹ ਇਹ ਨਹੀਂ ਹੈਗਾ ਕਿ ਤੁਸੀਂ ਵੈਬ ਫਾਰਮ ਕਰਿਆ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂ। ਉਹ ਜਾਣਕਾਰੀ ਦੇਣ ਵਾਲੇ ਤੇ ਡਿਪੈਂਡ ਕਰਦਾ ਉਹ ਤੁਹਾਨੂੰ ਕੀ ਜਾਣਕਾਰੀ ਦੇਣਾ ਚਾਹੁੰਦਾ ਹੈਗਾ। ਪਰ ਜਿਹੜਾ ਕਾਨੂੰਨੀ ਹੱਕ ਹੈ ਉਹ ਐਕਸੈਸ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਹੈਗਾ, ATIP ਦੇ ਥੱਲੇ ਹੈ। ਤੋ ਜੇ ਮੈਡੀਕਲ ਹੋਣ ਦਾ ਮਤਲਬ ਇਹ ਨਹੀਂ ਕਿ ਉਹਨੂੰ ਇਮੀਗ੍ਰੇਸ਼ਨ ਹੋ ਜਾਣਾ। ਮੈਡੀਕਲ ਤਾਂ ਇੱਕ ਕੰਪਿਊਟਰ ਨੇ ਇੱਕ ਐਫੀਸ਼ੀਐਂਸੀ ਹੈਗਾ ਤੇ ਉਹਨੂੰ ਪੂਰਾ ਕਰਨ ਲਈ ਉਹ ਚਿੱਠੀ ਦੇਤੀ। ਉਹਦੀ ਵੈਲਿਡਿਟੀ ਸਾਲ ਹੈ। ਉਹ ਜਦੋਂ ਖਤਮ ਹੋ ਗਈ ਤਾਂ ਕਿ ਨਵਾਂ ਮੈਡੀਕਲ ਹੋਰ ਇਸ਼ੂ ਕਰ ਦਿੱਤਾ ਜਾਊਗਾ। ਉਹ ਤਾਂ ਕੰਪਿਊਟਰ ਦੀ ਕੱਢੀ ਹੋਈ ਚਿੱਠੀ ਹੈਗੀ ਹੈ। ਤੋ ਜੇ ਉਹ 'ਚ ਕੋਈ ਫੈਸਲਾ ਨਹੀਂ ਆ ਰਿਹਾ, ਜਾਂ ਤਾਂ ਤੁਹਾਡੇ ਕੇਸ ਤੇ ਕੋਈ ਇਨਵੈਸਟੀਗੇਸ਼ਨ ਹੋ ਰਿਹਾ ਤੁਹਾਡੇ ਵਰਕ ਰਿਲੇਟਡ, ਜਾਂ ਕੋਈ ਸਿਕਿਉਰਿਟੀ ਕਲੀਅਰੈਂਸ ਦੀ ਇਸ਼ੂ ਹੈ, ਤੁਹਾਡਾ ਨਾਂ ਕਿਸੇ ਨਾਲ ਮਿਲਦਾ, ਇਹਦਾ ਮਲਟੀਪਲ ਰੀਜ਼ਨ ਹੋ ਸਕਦੇ ਨੇ। ਪਰ ਉਹਦਾ ਬੈਸਟ ਜਿਹੜਾ ਸੋਲੂਸ਼ਨ ਹੈਗਾ ਉਹ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਦੇ ਥੱਲੇ ਪਟੀਸ਼ਨ ਕਰਨਾ ਚਾਹੀਦਾ। ਫਿਰ ਪੂਰੀ ਫਾਈਲ ਦੀ ਕਾਪੀ ਮਿਲ ਜੂ। ਨਾਲੇ ਇਹ ਵੀ ਪਤਾ ਚੱਲ ਜੂ ਕਿ ਉਹ ਕਿਸ ਕਾਰਨ ਕਰਕੇ ਜਿਹੜੀ ਉਹ ਫਾਈਲ ਰੁਕੀ ਹੋਈ ਹੈਗੀ ਹੈ। ਇੱਕ ਲੇਟੈਸਟ ਐਗਜ਼ਾਮਪਲ ਮੈਂ ਤੁਹਾਨੂੰ ਦੱਸਣਾ ਚਾਹਣਾ ਜੀ। ਸਿਮਿਲਰ ਕਾਈਂਡ ਆਫ ਕੇਸ ਸੀ ਜਿੱਥੇ ਕਿ ਇੱਕ ਆਫਿਸਰ ਨੇ ਇਹ ਨੋਟ ਲਿਖ ਕੇ ਪਾਤਾ ਕਿ ਇਹਦੀ ਇੰਪਲੋਇਮੈਂਟ ਵੈਰੀਫਿਕੇਸ਼ਨ ਦੀ ਲੋੜ ਹੈਗੀ ਹੈ। ਤੋ ਇੰਪਲੋਇਮੈਂਟ ਵੈਰੀਫਿਕੇਸ਼ਨ ਦੀ ਲੋੜ ਤੋਂ ਬਾਅਦ ਉਹਨੇ ਉਹ ਫਾਈਲ ਅੱਗੇ ਫਾਰਵਰਡ ਕਰਤੀ। ਪਰ ਜਿਹੜੇ ਇੰਡੀਵਿਜੂਅਲ ਨੇ ਉਹ ਵੈਰੀਫਿਕੇਸ਼ਨ ਕਰਨੀ ਸੀ ਉਹਨੇ ਉਹ ਮੈਟਰ ਨੂੰ ਅੱਗੇ ਪ੍ਰੋਸੀਡ ਹੀ ਨਹੀਂ ਕੀਤਾ। ਸੋ ਫਾਈਲ ਕਿਤੇ ਇਟ ਫੈਲ ਇਨਟੂ ਦ ਕ੍ਰੈਕਸ। ਉਸ ਤੋਂ ਬਾਅਦ ਜਦੋਂ ਉਹ ਕਾਗਜ਼ ਆਏ ਉਹ ਤੋਂ ਪਤਾ ਲੱਗਿਆ। ਉਸ ਤੋਂ ਬਾਅਦ ਕਲਾਇੰਟ ਨੇ ਅੱਗੇ ਐਫੀਡੇਵਿਟ ਕਰਕੇ ਦੇ ਵੀ ਆਹ ਪ੍ਰੋਵੀਜ਼ਨ ਹੋਈ ਆ। 2 ਡੇਜ਼ ਬਾਅਦ ਉਹਦਾ ਕੰਮ ਚੱਲ ਪਿਆ ਕਿਉਂਕਿ ਕਿਸੇ ਨੇ ਦੇਖਿਆ ਕਿ ਇਹ ਅਨਡਿਊ ਡਿਲੇ ਹੈਗਾ। ਜੀ ਬਿਲਕੁਲ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਕਿੱਥੋਂ ਬੋਲ ਰਹੇ ਹੋ ਜੀ? ਮੈਂ ਨਾਇਗਰਾ ਤੋਂ ਬੋਲ ਰਹੀ ਹਾਂ, ਅੰਟਾਰੀਓ। ਜੀ ਰੱਖੋ ਸਵਾਲ ਜੀ। ਕੀ ਪੁੱਛਣਾ? ਮੈਮ ਮੈਂ ਆਪਣੇ ਸਪਾਊਸ ਵੀਰੇ ਬਾਰੇ ਪਤਾ ਕਰਨਾ ਸੀਗਾ ਜੀ। ਐਕਚੁਅਲੀ ਮੈਂ 30 ਸਤੰਬਰ ਨੂੰ ਇੱਥੇ ਕੈਨੇਡਾ ਆਈ ਹਾਂ ਤੇ ਹੁਣ ਮੈਂ ਕੁਆਰੰਟਾਈਨ ਆ 14 ਡੇਜ਼ ਲਈ ਤੇ ਮੇਰੀ ਕਲਾਸਿਸ 21 ਤੋਂ ਸਟਾਰਟ ਨੇ ਤੇ ਮੈਂ ਆਪਣੇ ਨਾ ਫਾਈਲ ਬਾਰੇ ਪਤਾ ਕਰਨਾ ਸੀ। ਮੈਂ ਕਦ ਤੱਕ ਅਪਲਾਈ ਕਰਦੀ ਹਾਂ ਤੇ ਇਹਦਾ ਕੀ ਪ੍ਰੋਸੈਸ ਹੈ? ਤੁਹਾਡਾ ਵਿਆਹ ਕਦੋਂ ਹੋਇਆ ਸੀ ਜੀ? ਮੇਰਾ ਵਿਆਹ ਵੀ ਫਸਟ ਫੈਬ ਨੂੰ ਹੋਇਆ ਸੀ 2020। 7 ਮੰਥ ਹੋ ਗਿਆ ਮੇਰੀ ਮੈਰਿਜ ਨੂੰ। ਹਾਂਜੀ, ਤੇ ਤੁਹਾਨੂੰ ਜਿਹੜਾ ਸਟੱਡੀ ਵੀਜ਼ਾ ਉਹ ਕਦੋਂ ਮਿਲਿਆ ਸੀਗਾ? ਸਟੱਡੀ ਵੀਜ਼ਾ ਮੈਨੂੰ 9 ਮਾਰਚ ਨੂੰ ਮਿਲ ਗਿਆ ਸੀਗਾ। ਤੋ ਜਦੋਂ ਤੁਸੀਂ ਫਾਈਲ ਅਪਲਾਈ ਕੀਤਾ ਸੀ ਸਟੱਡੀ ਵੀਜ਼ਾ ਲਈ ਉਦੋਂ ਤੁਹਾਡਾ ਵਿਆਹ ਹੋ ਚੁੱਕਿਆ ਸੀ ਜਾਂ ਨਹੀਂ ਹੋਇਆ ਸੀਗਾ? ਨਹੀਂ, ਮੈਂ ਪਹਿਲਾਂ ਸਿੰਗਲ ਦੇ ਬੇਸ ਤੇ ਫਾਈਲ ਲਾਈ ਸੀ ਬਟ ਮੈਰਿਜ ਮੇਰੀ ਇਸ ਤੋਂ ਬਾਅਦ ਹੋਈ ਸੀ। ਮੇਰੀ ਫਾਈਲ ਲਗਾਈ ਸੀ ਮੈਂ ਨਵੰਬਰ ਦੇ ਵਿੱਚ 2019 ਬਟ ਮੈਨੇ ਮੈਰਿਜ ਫਸਟ ਫੈਬ ਨੂੰ ਹੋਈ ਸੀ ਮੇਰੀ 2020 ਦੇ ਵਿੱਚ। ਜੀ। ਟੀਵੀ ਸਕਰੀਨ ਤੇ ਆਨਸਰ ਦਿਓ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤੋ ਜਿਸ ਦਿਨ ਤੁਹਾਡਾ ਸਕੂਲ ਸ਼ੁਰੂ ਹੋ ਜਾਊਗਾ ਜੀ ਉਸੇ ਦਿਨ ਤੁਸੀਂ ਸੈਕਸ਼ਨ 220 ਦੀ ਰਿਕੁਆਇਰਮੈਂਟ ਹੈ ਜਿਹੜੀ ਉਹ ਪੂਰੀ ਕਰਨੀ ਸ਼ੁਰੂ ਕਰ ਦੋਗੇ ਕਿਉਂਕਿ ਤੁਸੀਂ ਇਨਰੋਲਡ ਹੋਵੋਗੇ। ਉਹ ਤੁਸੀਂ ਅੱਜ ਵੀ ਹੈਗੇ ਹੋ ਪਰ ਤੁਸੀਂ ਐਕਟਿਵਲੀ ਪਰਸੂ ਕਰਨਾ ਸ਼ੁਰੂ ਕਰੋਗੇ ਆਪਣੀ ਪੜ੍ਹਾਈ ਨੂੰ ਜਿੱਦੇ ਤੁਹਾਡਾ ਫਸਟ ਡੇ ਇਨ ਸਕੂਲ ਹੋਊਗਾ। ਤੋ ਜਿੱਦੇ ਤੁਹਾਡਾ ਕੁਆਰੰਟਾਈਨ ਪੂਰਾ ਹੋ ਗਿਆ ਉਸ ਤੋਂ ਬਾਅਦ ਜਿੱਦੇ ਪਹਿਲਾ ਦਿਨ ਤੁਹਾਡਾ ਸਕੂਲ ਚ ਹੋਇਆ ਉਸੇ ਦਿਨ ਤੁਸੀਂ ਐਲੀਜੀਬਲ ਹੋ ਜਾਣਾ। ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਮੈਮ? ਮੇਰਾ ਅਲਬਰਟਾ ਤੋਂ ਮੈਂ ਅੱਗੇ ਵੀ ਤੁਹਾਨੂੰ ਬਹੁਤ ਵਾਰੀ ਕਾਲ ਕੀਤੀ ਹੈ ਜੀ ਮੈਮ ਦੱਸੋ। ਹਾਂਜੀ, ਮੇਰਾ ਕੁਐਸਚਨ ਸੀ ਵੀ ਜਿਵੇਂ ਭਾਜੀ ਦੱਸ ਰਹੇ ਸੀ ਵੀ ਤੁਸੀਂ ATIP ਕਰਵਾ ਸਕਦੇ ਹੋ। ਮੈਂ ਆਪਣੇ ਹਸਬੈਂਡ ਦੀ ਜਿਹੜੀ ਮੇਰੀ ਫਾਈਲ ਸੀ ਉਹਨੂੰ ਸਾਲ ਤੋਂ ਉੱਪਰ ਹੋ ਗਿਆ। ਅਗਸਤ ਦੇ ਵਿੱਚ 1 ਈਅਰ ਕੰਪਲੀਟ ਹੋ ਗਿਆ ਤਾਂ ਮੈਂ ATIP ਮੰਗਵਾਈ ਸੀ। ਉਹਨਾਂ ਦੇ ਵਿੱਚ ਉਹਦੇ ਨੋਟਸ ਵਗੈਰਾ ਮੈਂ ਪੜ੍ਹੇ ਆ ਹਨਾ। ਉਹਦੇ ਵਿੱਚ ਉਹਨਾਂ ਨੇ ਜਿਹੜਾ ਨੋਟਸ ਦੇ ਵਿੱਚ ਫਾਈਨਲ ਲਿਖਿਆ ਕਿ ਜਿਹੜੀ ਤੁਹਾਡੀ ਫਾਈਲ ਆ ਫਰਦਰ ਲਾਈਕ ਫਾਈਨਲ ਡਿਸੀਜ਼ਨ ਦੇ ਲਈ ਨੈਕਸਟ ਲਾਈਕ ਜੋ ਵੀ ਉਹਨਾਂ ਦਾ ਹੁੰਦਾ ਉੱਥੇ ਭੇਜ ਦਿੱਤੀ ਗਈ ਹੈ ਨਾ। ਜਿਹੜੀ ਇੰਟਰਵਿਊ ਆ ਸੈਟੀਸਫਾਈਡ ਆ। ਜਿਹੜੀ ਉਹਨਾਂ ਨੇ ਮੇਰੀ ਇੰਟਰਵਿਊ ਮੇਰੇ ਹਸਬੈਂਡ ਦੀ ਕੀਤੀ ਸੀ ਮੇਰੀ ਵੀਵੀਅਰ ਕਰਤੀ ਹੈ ਨਾ।
ਤਾਂ ਹੁਣ ਮੈਨੂੰ ਕੀ ਕਰਨਾ ਚਾਹੀਦਾ ਕਿਉਂਕਿ ਲਾਈਕ ਆਈ ਨੋ ਕਿ ਇੰਡੀਆ ਦੇ ਵਿੱਚ ਦਿੱਲੀ ਇਮੀਗ੍ਰੇਸ਼ਨ ਨਹੀਂ ਖੁੱਲਿਆ ਹੋਇਆ, ਦਿੱਲੀ ਵੀਜ਼ਾ ਆਫਿਸ ਨਹੀਂ ਖੁੱਲਿਆ ਹੋਇਆ ਨਾ। ਤੇ ਮੈਂ ਹੁਣ ਉਸ ਤੋਂ ਬਾਅਦ ਮੈਂ ਇਹਨਾਂ ਤੋਂ ਇਨਫੋਰਮੇਸ਼ਨ ਲੈਣੀ ਕਿ ਮੈਂ ਆਪਣੀ ਫਾਈਲ ਵੀ ਮੇਰੇ ਕੋਲ ਹੈਗੀ ਆ, ਉਹਦੇ ਕੋਈ ਇਹੋ ਜਿਹੀ ਆਬਜੈਕਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ, ਸਾਰਾ ਕੁਝ ਲਾਈਕ ਸੈਟੀਸਫਾਈਡ ਲਿਖਿਆ ਉਹਨਾਂ ਨੇ, ਹਨਾ। ਤੇ ਹੁਣ ਮੈਂ ਕੀ ਕਰਾਂ, ਕਿ ਵੇਟ ਕਰਾਂ ਜਾਂ ਕਾਲ ਕਰਾਂ ਜਾਂ ਉਹਨਾਂ ਨੂੰ ਕਿੱਦਾਂ ਕੰਟੈਕਟ ਕਰਾਂ, ਕਿੱਦਾਂ ਕੀ ਮੇਰੇ ਲਈ ਨੈਕਸਟ ਹੈਗਾ? ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਧੰਨਵਾਦ ਜੀ ਸਰ। ਜਿਹੜਾ ਉਹਨਾਂ ਨੇ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਦੇ ਥੱਲੇ ਨੋਟਸ ਮੰਗਾਈਆਂ ਨੇ, ਕਿਉਂਕਿ ਉਹ ਕਾਨੂੰਨ ਦੇ ਮਾਹਿਰ ਨਹੀਂ ਹੈਗੇ, ਸੋ ਉਹਨਾਂ ਦੀਆਂ ਅੱਖਾਂ ਨੇ ਸਿਰਫ ਉਹ ਦੇਖਿਆ ਜੋ ਉਹਨਾਂ ਦਾ ਦਿਮਾਗ ਜਾਣਦਾ ਹੈਗਾ, ਪਰ ਉਹ ਤੋਂ ਵੀ ਕਿਤੇ ਵਾਈਡ ਜਿਹੜਾ ਰੇਂਜ ਹੈਗਾ ਉਹ ਨੋਟਸ ਦਾ। ਦੂਜਾ, ਇਹਦੇ ਨਾਲ ਇਕੱਲੇ ਨੋਟਸ ਨੇ ਜਾਂ ਕੰਪਲੀਟ ਕਾਪੀ ਆਫ ਫਾਈਲ ਹੈ, ਉਹ ਇੱਕ ਵੱਖਰਾ ਸਵਾਲ ਹੈਗਾ। ਤੇ ਦੂਜਾ, ਉਹਨਾਂ ਨੇ ਕਿਹਾ ਉਹ ਸੈਟਿਸਫਾਈਡ ਨੇ ਤੇ ਉਹ ਤੋਂ ਬਾਅਦ ਫਰਦਰ ਪ੍ਰੋਸੈਸਿੰਗ ਲਈ ਭੇਜਦੇ, ਤੇ ਕਈ ਮਤਲਬ ਹੋ ਸਕਦੇ ਹੈਗੇ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਕਾਲਰ ਨੂੰ ਰਿਕੁਐਸਟ ਕਰੂੰਗਾ ਕਿ ਜੋ ਮੇਰੇ ਤੋਂ ਸਲਾਹ ਲੈਣਾ ਚਾਹੁੰਦੇ ਨੇ ਉਹ ਜਿਹੜੀ ਈਮੇਲ ਕਰ ਦੇਣ ਜੀ, ਜਿਹੜੇ ਉਹਨਾਂ ਨੂੰ ਨੋਟਸ ਆਏ ਨੇ, ਉਹ ਤੋਂ ਬਾਅਦ ਰਿਵਿਊ ਕਰਕੇ ਉਹਨੂੰ ਦੇਖਿਆ ਜਾ ਸਕਦਾ। ਤੇ ਦੂਜਾ, ਕਾਲਰ ਦਾ ਇੱਕ ਮਿਸਕਨਸੈਪਸ਼ਨ ਸੀਗਾ ਕਿ ਦਿੱਲੀ ਜਿਹੜਾ ਬੰਦ ਹੈ, ਬਿਲਕੁਲ ਬੰਦ ਨਹੀਂ ਹੈਗਾ ਜੀ। ਇੰਡੀਆ 'ਚ ਕੋਈ ਵੀਜ਼ਾ ਪੋਸਟ ਹੈ ਜਿਹੜਾ ਖੁੱਲ੍ਹਾ ਉਹ ਦਿੱਲੀ ਹੈਗਾ। ਸੋ ਚੰਡੀਗੜ੍ਹ ਬੰਦ ਹੈ, ਬੈਂਗਲੌਰ ਬੰਦ ਹੈ, ਪਰ ਦਿੱਲੀ ਹੈ ਜਿਹੜਾ ਉਹ ਓਪਨ ਹੈ ਜੀ। ਪਰ ਉਹ ਪ੍ਰਾਇਰਟਾਈਜ਼ ਕਰ ਰਹੇ ਨੇ ਇਸ ਵੇਲੇ ਸਭ ਤੋਂ ਪਹਿਲਾਂ ਕੇਸਿਸ ਨੂੰ। ਇਸ ਵੇਲੇ ਸਭ ਤੋਂ ਵੱਡੀ ਪ੍ਰਾਇੋਰਟੀ ਹੈਗੀ ਹੈ ਸਟੂਡੈਂਟ ਕੇਸਿਸ ਦੇ ਉੱਤੇ, ਕਿਉਂਕਿ ਸਕੂਲ ਨੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਤੇ 15 ਤਰੀਕ ਤੱਕ ਉਹਨਾਂ ਨੇ ਜਿਹੜੀਆਂ ਅਪਰੂਵਲ ਇਨ ਪ੍ਰਿੰਸੀਪਲ ਨੇ, ਮਤਲਬ ਉਹ ਪੜ੍ਹਾਈ ਜਿਹੜੀ ਕਿ ਤੁਸੀਂ ਇੰਡੀਆ 'ਚ ਬਹਿ ਕੇ ਕਰਨੀ ਹੈ, ਉਹ ਸਾਰੀਆਂ ਅਰਜ਼ੀਆਂ ਤੇ ਫੈਸਲੇ ਕਰਨੇ ਹੈਗੇ ਆ ਉਹ ਤੋਂ ਪਹਿਲਾਂ। ਸੋ ਜਿਹੜੀਆਂ ਉਹ ਅਰਜ਼ੀਆਂ ਨੇ ਸਭ ਤੋਂ ਪਹਿਲਾਂ ਉਹਨੂੰ ਪ੍ਰਾਇਰਟਾਈਜ਼ ਕੀਤਾ ਜਾ ਰਿਹਾ। ਦੂਜੇ ਪਾਸੇ ਜਿਹੜਾ ਟਰੈਵਲ ਰਿਸਟ੍ਰਿਕਸ਼ਨਸ ਨੇ, ਉਹਦੇ ਵਿੱਚੋਂ ਜਿਹੜੇ ਸਪਾਊਸਸ ਨੇ ਉਹ ਐਗਜ਼ੈਂਪਟ ਹੈਗੇ, ਸੋ ਉਹਨਾਂ ਤੇ ਲਾਗੂ ਨਹੀਂ ਹੁੰਦਾ ਇਹ ਮਾਮਲਾ ਕਿ ਉਹਨਾਂ ਨੂੰ ਕਦੋਂ ਮਿਲਿਆ। ਜੇ ਉਹਨਾਂ ਕੋਲ ਵੀਜ਼ਾ ਹੈਗਾ ਤਾਂ ਉਹ ਟਰੈਵਲ ਕਰ ਸਕਦੇ ਹੈਗੇ ਨੇ। ਹੁਣ ਸਭ ਤੋਂ ਵੱਡਾ ਸਵਾਲ ਹੈਗਾ ਕਿ ਉਹਨਾਂ ਦੇ ਕੇਸ ਦੇ ਉੱਤੇ ਕੀ ਪਾਰਟਿਕੂਲਰ ਮਾਮਲਾ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਜਿਵੇਂ ਇਹ ਆਪਾਂ ਕਹਿ ਸਕਦੇ ਹਾਂ ਐਗਜ਼ਾਮਪਲ ਹੋ ਸਕਦਾ ਕਿ ਉਹਨਾਂ ਨੇ ਆਪਾਂ ਨੂੰ ਸੁਣਿਆ ਕਿ ਟਿਪ ਕਰਨਾ ਚਾਹੀਦਾ, ਉਸ ਤੋਂ ਬਾਅਦ ਉਹਨਾਂ ਨੇ ਕਰ ਲਿਆ, ਪਰ ਉਹ ਤੋਂ ਬਾਅਦ ਕੀ ਕਰਨਾ ਹੈ, ਦੈਟ ਇਜ਼ ਅ ਬਿਗਰ ਕੁਐਸਚਨ। ਸੋ ਉਹ ਸਿਮਿਲਰ ਜਿਵੇਂ ਡਾਕਟਰ ਕੰਮ ਕਰਦਾ ਹੈ, ਉਹ ਕਹਿੰਦਾ ਕਿ ਐਕਸਰੇ ਕਰਾ ਲਓ, ਐਕਸਰੇ ਤਾਂ ਕਰਾ ਲਿਆ, ਉਹ ਤੋਂ ਬਾਅਦ ਕੀ ਕਰਨਾ। ਸੋ ਟੈਕਨੀਕਲੀ ਜਿਹੜਾ ਏ ਟਿਪ ਹੈ ਉਹ ਆਪਣਾ ਐਕਸਰੇ, MRI, CT ਸਕੈਨ, ਉਹਨੂੰ ਕੁਝ ਵੀ ਕਹਿ ਸਕਦੇ ਹਾਂ। ਹਾਂਜੀ, ਇਹ ਤੋਂ ਬਾਅਦ ਹੁਣ ਅੱਗੇ ਕੀ ਕਰਨਾ ਹੈ ਉਹ ਉਹਨੂੰ ਐਨਾਲਾਈਜ਼ ਕਰਨ ਤੋਂ ਬਾਅਦ ਹੀ ਪਤਾ ਚੱਲ ਸਕਦਾ ਹੈ। ਬਿਲਕੁਲ ਜੀ। ਤਾਂ ਤੁਸੀਂ ਗੁਰਪ੍ਰੀਤ ਜੀ ਨੂੰ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਸੰਪਰਕ ਕਰ ਸਕਦੇ ਹੋ, ਅਪਾਇੰਟਮੈਂਟ ਕਰਵਾ ਸਕਦੇ ਹੋ। ਤੇ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਅਸੀਂ ਸਿਟੀਜ਼ਨ ਹਾਂ ਜੀ ਕੈਨੇਡਾ ਦੇ ਜੀ ਸਰ। ਤੇ ਮੇਰੀ ਵਾਈਫ ਦੀ ਡੈਥ ਹੋ ਗਈ ਸੀਗੀ ਤੇ ਸੈਕੰਡ ਮੈਰਿਜ ਕੀਤੀ ਜਨਵਰੀ ਇੰਡੀਆ ਕਰਕੇ ਆਏ ਸੀਗੇ ਤੇ 25 ਮਈ ਨੂੰ ਉਹਦੀ ਫਾਈਲ ਲਾਤੀ ਹੈ। ਅਜੇ ਤੱਕ ਉਹਨਾਂ ਦਾ ਕੋਈ ਹਜੇ ਉਹਨਾਂ ਨੇ ਫਾਈਲ ਦਾ ਟਰੈਕ ਨੰਬਰ ਆਪਣੇ ਉਹਨਾਂ ਨੇ ਨੰਬਰ ਫਾਈਲ ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਧੰਨਵਾਦ। ਹਾਂਜੀ, ਸੋ ਜਿਹੜੇ ਆਊਟਸਾਈਡ ਆਫ ਕੈਨੇਡਾ ਕੇਸਿਸ ਨੇ ਵਿਦਨ ਕੈਨੇਡਾ ਜਿਨ੍ਹਾਂ ਦੀ ਹਾਲੇ ਫਾਈਲ ਨੰਬਰ ਹੀ ਉਹਨੂੰ ਡਿਲੇ ਚੱਲ ਰਿਹਾ ਜੀ। ਕੁਝ ਮੇਜਰ ਇਸ਼ੂਜ਼ ਹੈਗੇ ਨੇ। ਉਹ ਮੇਜਰ ਇਸ਼ੂਜ਼ ਕੀ ਹੈਗੇ ਨੇ ਕਿ ਸਾਰੇ ਮਹਿਕਮੇ ਪ੍ਰੋਪਰਲੀ ਕੰਮ ਨਹੀਂ ਕਰ ਰਹੇ, ਖਾਸ ਕਰਕੇ ਉਹਨਾਂ ਕੇਸਿਸ ਦੇ ਵਿੱਚੋਂ ਜਿੱਥੇ ਕਿ ਇਨਕਮ ਦਾ ਲੈਵਲ ਲੋ ਹੈਗਾ। ਜੇ ਇਨਕਮ ਦਾ ਲੈਵਲ ਲੋ ਹੈ ਤਾਂ ਆਫਿਸਰ ਦਾ ਜਿਹੜਾ ਮੈਂਡੇਟ ਹੈਗਾ ਉਹ ਇਹ ਹੈਗਾ ਕਿ ਉਹ ਪਤਾ ਕਰੇ ਕਿ ਬੰਦਾ ਵੈਲਫੇਅਰ ਤੇ ਹੈ ਸੀ ਕਿ ਨਹੀਂ ਸੀ। ਵੈਲਫੇਅਰ ਕਰਨ ਦਾ ਪਤਾ ਕਰਨ ਲਈ ਉਹਨੂੰ ਲੋਕਲ ਅਥਾਰਟੀ ਨੂੰ ਕੰਟੈਕਟ ਹੈ ਜਿਹੜਾ ਕਰਨਾ ਪੈਣਾ ਹੈਗਾ। ਆਪਣੇ ਕੇਸ ਦੇ ਵਿੱਚੋਂ ਜੇ ਆਪਾਂ ਪਾਰਟਿਕੂਲਰਲੀ ਆਹ ਜ਼ੋਨ ਦੀ ਗੱਲ ਕਰੀਏ ਤਾਂ ਸਿਟੀ ਆਫ ਟੋਰਾਂਟੋ ਜਾਂ ਰੀਜਨ ਆਫ ਪੀਲ ਇਹ ਹੋ ਸਕਦੇ ਨੇ। ਹੁਣ ਸਿਟੀ ਦੇ ਆਫਿਸਿਸ ਨੇ ਉਹ ਬਹੁਤ ਜਿਹੜੇ ਵਰਕ ਫਰਮ ਹੋਮ ਨੇ ਜਾਂ ਉਹ ਕੰਮ ਨਹੀਂ ਕਰ ਰਹੇ ਹੈਗੇ। ਸੇਮ ਰੀਜਨ ਆਫ ਪੀਲ ਦਾ ਵੀ ਇਹੀ ਸਰਕਮਸਟੈਂਸ ਹੈ। तो ऑफिसर उन्होंने प्रोसैस करके जो वैलफेयर चैक ਲਈ ਰੀਜਨ ਕੋਲੇ ਜਾਂ ਸਿਟੀ ਕੋਲੇ ਭੇਜਦਾ ਉੱਥੋਂ ਕੋਈ ਜਵਾਬ ਨਹੀਂ ਆ ਰਿਹਾ ਤਾਂ ਫਿਰ ਉਹ ਕੇਸ ਨੇ ਜਿਹੜੇ ਉਹ ਪ੍ਰੋਸੈਸ ਨਹੀਂ ਹੋ ਰਹੇ ਹੈਗੇ। ਸੋ ਕਾਫੀ ਡਿਲੇ ਹੈ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਦੂਜੀ ਇਹ ਨਹੀਂ ਹੈਗਾ ਕਿ ਸਾਰਿਆਂ ਦੇ ਨਹੀਂ ਪ੍ਰੋਸੈਸ ਹੋ ਰਹੇ। ਹਾਂਜੀ, ਦੇ ਟ੍ਰਿਕਲਿੰਗ ਡਾਊਨ, ਉਹ ਹੌਲੀ ਹੌਲੀ ਕਰਕੇ ਪ੍ਰੋਸੈਸ ਹੋ ਰਹੇ ਨੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੈਡਮ, ਮੈਂ ਕੈਲਗਰੀ ਤੋਂ ਬੋਲਦਾ ਜੀ। ਮੈਂ ਮੈਰਿਜ ਕਰਵਾਈ ਸੀਗੀ ਆਪਣਾ ਲਾਸਟ ਦਸੰਬਰ 'ਚ। ਮੈਂ ਆ ਕੇ ਇੱਥੇ ਫਰਵਰੀ 'ਚ ਮੈਂ ਆਪਣੀ ਵਾਈਫ ਦੀ ਫਾਈਲ ਲਗਾਈ ਸੀਗੀ
ਮੈਂ ਪੀਆਰ ਇੱਥੇ ਹੀ, ਬਟ ਉਹਨਾਂ ਦਾ ਕੋਈ ਮੈਨੂੰ ਅਜੇ ਮੋਬਾਈਲ ਨੰਬਰ ਨਹੀਂ ਕੁਝ ਮਿਲਿਆ। ਇਹਨੇ 6 ਮੰਥ ਹੋ ਗਏ, ਡਿਲੇ ਹੋ ਰਿਹਾ ਕਿ ਕੁਝ ਉਦਾਂ ਕੋ? ਜੀ ਆਪਾਂ ਹਾਂਜੀ, ਹੁਣੇ ਆਨਸਰ ਪਹਿਲਾਂ ਦੇ ਚੁੱਕਿਆ ਜੀ ਮੈਂ ਉਹਦਾ, ਕਿਉਂਕਿ ਲੋਕਡਾਊਨ ਜਦੋਂ ਹੋਇਆ ਆਪਣੇ 18 ਮਾਰਚ ਤੋਂ ਬਾਅਦ, ਉਸ ਤੋਂ ਬਾਅਦ ਬਹੁਤ ਸਾਰੇ ਆਫਿਸਿਸ ਨੇ ਜਿਹੜੇ ਉਹ ਗਵਰਨਮੈਂਟ ਕੈਨੇਡਾ ਨੇ ਉਦੋਂ ਉਸ ਵੇਲੇ ਬੰਦ ਕਰ ਦਿੱਤੇ ਸੀਗੇ, ਕਿ ਉਹ ਦੁਬਾਰੇ ਉਹਨਾਂ ਨੇ ਰੀਪ੍ਰੋਸੈਸ ਤਾਂ ਕਰਨਾ ਸ਼ੁਰੂ ਕੀਤਾ ਹੈਗਾ, ਪਰ ਉਹਦੇ ਚੋਂ ਬੈਕਲੌਗ ਬਹੁਤ ਇਕੱਠਾ ਹੋ ਗਿਆ ਤੇ ਦੂਜੇ ਚ ਮਲਟੀਪਲ ਏਜੰਸੀਜ਼ ਇਨਵੋਲਵਡ ਨੇ ਤੇ ਉਸ ਕਰਕੇ ਜਿਹੜਾ ਡਿਲੇ ਹੈ ਉਹ ਕਾਫੀ ਜ਼ਿਆਦਾ ਹੈਗਾ। ਜੀ ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ। ਤੇ ਸਰ ਅਸੀਂ ਗੱਲਬਾਤ ਕਰ ਰਹੇ ਸੀਗੇ ਇਸ ਵਕਤ ਜਿਹੜੇ ਸਪਾਊਸ ਕੇਸਸ। ਜੀ ਬਿਲਕੁਲ, ਤੋਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਐਵੀਡੈਂਸ ਦੀ ਕੁਆਂਟੀਟੀ ਦੇ ਉੱਤੇ, ਉਹ ਜਗ੍ਹਾ ਤੁਹਾਨੂੰ ਉਨੀ ਕੁ ਦੇਤੀ, ਪਰ ਤੋਂ ਜਿਹੜੇ ਆਸ ਕੀਤੀ ਜਾ ਰਹੀ ਹੈ ਉਹ ਹੈਗੀ ਹੈ ਕਿ ਤੁਸੀਂ ਸਾਰੇ ਸਬੂਤ ਜਿਹੜੇ ਉਹ ਪ੍ਰੋਵਾਈਡ ਕਰੋ। ਤੇ ਵਿਦਨ ਕੈਨੇਡਾ ਇਹ ਛੋਟ ਦਿੱਤੀ ਗਈ ਹੈ ਕਿ ਜੇ ਤੁਸੀਂ LMI ਐਗਜ਼ੈਂਪਟ ਕੈਟਾਗਰੀ ਹੈਗਾ ਤੁਹਾਡਾ, ਤਾਂ ਤੁਸੀਂ ਪੇਪਰ ਐਪਲੀਕੇਸ਼ਨ ਵੀ ਕਰ ਸਕਦੇ ਹੋ, ਤੁਸੀਂ ਵੱਧ ਤੋਂ ਵੱਧ ਸਬੂਤ ਨੇ ਜਿਹੜੇ ਉਹ ਦੇ ਸਕਦੇ ਹੋ ਨਾਲ। ਤੇ ਵਿਦਨ ਕੈਨੇਡਾ ਤੇ ਆਊਟਸਾਈਡ ਕੈਨੇਡਾ ਦੇ ਵਿੱਚ ਵੀ ਕਾਫੀ ਜਿਹੜਾ ਫਰਕ ਹੈ। ਇੱਥੇ ਜੇ ਦੋ ਸਪਾਊਸ ਨੇ ਜੋ ਇਕੱਠੇ ਰਹਿੰਦੇ ਨੇ ਉਹਨਾਂ ਕੋਲ ਬਹੁਤ ਸਾਰੇ ਸਬੂਤ ਹੋਣਗੇ, ਬਿਕੋਜ਼ ਦੇ ਆਰ ਲਿਵਿੰਗ ਟੁਗੇਦਰ। ਜੇ ਇੱਕ ਸਪਾਊਸ ਇੰਡੀਆ ਦੇ ਵਿੱਚ ਹੈ, ਦੂਜਾ ਕੈਨੇਡਾ ਦੇ ਵਿੱਚ ਹੈ, ਤਾਂ ਉਹਦੇ ਲਈ ਉਨਾ ਹੀ ਅਪਹਿਲ ਟਾਸਕ ਹੋ ਜਾਂਦਾ ਤੇ ਜਗ੍ਹਾ ਉਨੀ ਘੱਟ ਹੈਗੀ। ਪਹਿਲਾਂ ਤਾਂ ਇਹਦਾ ਸੋਲੂਸ਼ਨ ਹੈਗਾ, ਸੋਲੂਸ਼ਨ ਇਹ ਹੈਗਾ ਕਿ ਜਦੋਂ ਹੀ ਤੁਹਾਨੂੰ ਫਾਈਲ ਨੰਬਰ ਆ ਗਿਆ, ਉਸ ਤੋਂ ਬਾਅਦ ਤੁਹਾਡੇ ਕੋਲ ਪੂਰਾ ਹੱਕ ਹੈ ਜੋ ਮਰਜ਼ੀ ਸਬੂਤ ਉਹਦੇ ਨਾਲ ਐਡ ਕਰੀ ਜਾਓ। ਪਰ ਜਿਵੇਂ ਆਪ ਜੀ ਦਾ ਸਵਾਲ ਬਹੁਤ ਵਾਜਬ ਸੀ, ਤਾਂ ਸਬੂਤ ਹੋਣ ਕਿਹੜੇ? ਸਭ ਤੋਂ ਪਹਿਲਾਂ ਤਾਂ ਇਹ ਹੈ, ਇਹਦੇ ਲਈ ਇੱਕ ਸ਼ਾਵੇਜ਼ ਰੋਡਰੀਗੋ ਵਰਸਸ ਮਿਨਿਸਟਰ ਕੇਸ ਹੈਗਾ, ਜਿਹਦੇ ਵਿੱਚੋਂ ਕੋਰਟ ਨੇ ਇੱਕ ਨॉन ਐਗਜ਼ੌਸਟਿਵ ਲਿਸਟ ਆਫ ਫੈਕਟਰਸ ਨੂੰ ਐਸਟੈਬਲਿਸ਼ ਕੀਤਾ ਕਿ ਜਦੋਂ ਵੀ ਕਿਸੇ ਨੂੰ ਵਿਆਹ ਦੇ ਕੇਸ ਬਾਰੇ ਵਿਚਾਰ ਕਰਨੀ ਹੈ ਤਾਂ ਆਹ ਫੈਕਟਰਸ ਨੂੰ ਦੇਖਣਾ ਹੈਗਾ। ਉਹ ਫੈਕਟਰਸ ਦੇ ਵਿੱਚੋਂ ਸਭ ਤੋਂ ਪਹਿਲਾਂ ਹੈਗਾ ਜੈਨੇਸਿਸ ਆਫ ਰਿਲੇਸ਼ਨਸ਼ਿਪ, ਕਿ ਇਹ ਰਿਸ਼ਤਾ ਹੋ ਸਕਦਾ ਸੀ, ਇਹ ਹੋਣ ਦੇ ਕਾਬਿਲ ਸੀ ਤੇ ਕਿਵੇਂ ਹੋਇਆ। ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਜ਼ਰੂਰੀ ਹੈ। ਦੂਜਾ, ਜਦੋਂ ਪਹਿਲੀ ਵਾਰ ਮਿਲੇ ਤਾਂ ਉਹਨਾਂ ਦਾ ਕੀ ਵਿਵਹਾਰ ਸੀ, ਵਿਆਹ ਵੇਲੇ ਕੀ ਵਿਵਹਾਰ ਸੀ, ਵਿਆਹ ਤੋਂ ਬਾਅਦ ਕੀ ਵਿਵਹਾਰ ਸੀ, ਕੀ ਫਾਈਨੈਂਸ਼ੀਅਲ ਸਪੋਰਟ ਅਵੇਲੇਬਲ ਹੈ, ਕੀ ਰਿਸਪੌਂਸਿਬਿਲਿਟੀਜ਼ ਲਈਆਂ ਨੇ, ਇਹ ਵਿਆਹ ਤੋਂ ਬੱਚੇ ਪੈਦਾ ਹੋਏ ਨੇ ਜਾਂ ਵਿਆਹ ਕਰਕੇ ਕੋਈ ਬੱਚੇ ਹੋਏ ਨੇ, ਉਹਨਾਂ ਦੀ ਰਿਸਪੌਂਸਿਬਿਲਿਟੀ ਕੌਣ ਲੈ ਰਿਹਾ ਹੈ, ਤੇ ਮੋਸਟ ਇੰਪੋਰਟੈਂਟ ਫਿਊਚਰ ਪਲਾਨਸ ਕੀ ਨੇ। ਸੋ ਕਹਿਣ ਦਾ ਮਤਲਬ ਹੋ ਗਿਆ ਕਿ ਜਿਹੜਾ ਟੈਸਟ ਹੈਗਾ ਉਹ ਹੈਗਾ ਇੱਕ ਆਮ ਆਦਮੀ, ਇੱਕ ਆਮ ਔਰਤ ਤੇ ਇੱਕ ਆਮ ਵਿਆਹ। ਜੇ ਤੁਸੀਂ ਇਹਨੂੰ ਡੈਫੀਨੇਸ਼ਨ ਨੂੰ ਫੋਲੋ ਕਰਦੇ ਆ ਤਾਂ ਤੁਸੀਂ ਸਬੂਤ ਵੀ ਉਹੋ ਜਿਹੇ ਰੱਖ ਸਕਦੇ ਹੋ, ਪਰ ਜੇ ਉਹ ਨਹੀਂ ਹੈ ਤਾਂ ਫਿਰ ਉਨੀ ਤੁਹਾਡੇ ਲਈ ਉਹ ਮੁਸ਼ਕਲ ਖੜੀ ਹੋ ਸਕਦੀ ਹੈ। ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਨੀਤ ਬੋਲ ਰਹੀ ਹਾਂ ਬ੍ਰੈਂਪਟਨ ਤੋਂ। ਜੀ ਨਵਨੀਤ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਮੇਰਾ ਸਵਾਲ ਸਟੂਡੈਂਟ ਤੋਂ ਰਿਲੇਟਡ ਤਾਂ ਨਹੀਂ ਹੈਗਾ, ਪਰ ਇਸ ਲਈ ਮੈਂ ਪਹਿਲਾਂ ਹੀ ਸੌਰੀ ਕਹਿ ਰਹੀ ਹਾਂ। ਨਹੀਂ ਜੀ, ਜਿਹੜਾ ਮਰਜ਼ੀ ਸਵਾਲ ਪੁੱਛੋ ਹੋਵੇ ਇਮੀਗ੍ਰੇਸ਼ਨ ਸੰਬੰਧੀ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰੇ ਮਦਰ ਇਨ ਲੋ ਤੇ ਫਾਦਰ ਇਨ ਲੋ ਹੁਣ ਇੰਡੀਆ 'ਚ ਰਹਿ, ਮੇਰੀ ਮਦਰ ਇਨ ਲੋ ਲਾਸਟ ਮੰਥ ਹੀ ਗਏ ਹੈ ਇੰਡੀਆ, ਤੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਚੁੱਕਿਆ ਸੀਗਾ, ਤੇ ਹੁਣ ਉਹਨਾਂ ਦਾ ਦੁਬਾਰਾ ਵੀਜ਼ਾ ਅਪਲਾਈ ਕਰਨਾ ਹੈ ਇੰਡੀਆ ਤੋਂ, ਤੇ ਉਹਦੇ ਲਈ ਕੋਈ ਆਪਾਂ ਨੂੰ ਸਪਾਂਸਰਸ਼ਿਪ ਵਗੈਰਾ ਤਾਂ ਮੰਗਵਾਉਣ ਦੀ ਲੋੜ ਨਹੀਂ, ਕਿਉਂਕਿ ਪਹਿਲਾਂ ਵੀ ਉਹ 2-3 ਵਾਰੀ ਵਿਜ਼ਿਟ ਕਰ ਚੁੱਕੇ ਨੇ। ਹਾਂਜੀ, ਤੁਸੀਂ ਉਹਨਾਂ ਦਾ ਸੁਪਰ ਵੀਜ਼ਾ ਕਰਨ ਜਾ ਰਹੇ ਹੈ ਜਾਂ ਉਹਨਾਂ ਦਾ ਰੈਗੂਲਰ ਵਿਜ਼ਿਟਰਸ ਵੀਜ਼ਾ ਕਰਨ ਜਾ ਰਹੇ? ਰੈਗੂਲਰ ਵਿਜ਼ਿਟਰ ਵੀਜ਼ਾ। ਹਾਂਜੀ, ਬਿਲਕੁਲ ਸਾਰੇ ਕਾਗਜ਼ਾਂ ਦੀ ਜ਼ਰੂਰਤ ਪਊਗੀ ਜੀ। ਜਿਹੜਾ ਸਭ ਤੋਂ ਇੰਪੋਰਟੈਂਟ ਇਹਦੇ 'ਚ ਹੈਗਾ, ਉਹਨੂੰ ਜਿਹੜਾ ਕੈਨ ਪਲੱਸ ਆਖਿਆ ਜਾਂਦਾ ਹੈਗਾ। ਕੈਨ ਪਲੱਸ ਵੀਜ਼ਾ ਕੀ ਹੈਗਾ? ਉਹ ਹੈਗਾ ਜਿਹੜੇ ਲੋ ਥ੍ਰੈਟ ਇੰਡੀਵਿਜੂਅਲਸ ਨੇ। ਜਿਹੜਾ ਵੀ ਕੋਈ ਇੰਡੀਵਿਜੂਅਲ ਜਿਹਨੇ ਪਹਿਲਾਂ ਕੈਨੇਡਾ ਵਿਜ਼ਿਟ ਕੀਤਾ, ਉਹਨੇ ਕਾਨੂੰਨ ਦੀ ਪਾਲਣਾ ਕੀਤੀ ਹੈਗੀ ਹੈ, ਤਾਂ ਉਹ ਲੋ ਰਿਸਕ ਦੀਆਂ ਲੋ ਥ੍ਰੈਟ ਦੇ ਥੱਲੇ ਆ ਜਾਊਗਾ। ਤੇ ਉਹਦੇ 'ਚ ਤੁਸੀਂ ਦਿਖਾਉਣਾ ਕੀ ਹੈਗਾ? ਇਹ ਦਿਖਾਉਣਾ ਹੈ ਕਿ ਮੈਨੂੰ ਇੰਨੇ ਵਕਤ ਲਈ ਇਜਾਜ਼ਤ ਮਿਲੀ ਸੀ, ਉਹ ਵਕਤ ਦੇ ਦੌਰਾਨ ਮੈਂ ਉੱਥੇ ਗਿਆ ਤੇ ਵਕਤ ਦੇ ਦੌਰਾਨ ਹੀ ਮੈਂ ਵਾਪਸ ਆਇਆ, ਤੇ ਮੈਂ ਕੋਈ ਉੱਥੇ ਕੰਮ ਨਹੀਂ ਕੀਤਾ, ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਫਿਰ ਤੁਹਾਨੂੰ ਘੱਟ ਤੋਂ ਘੱਟ ਕਾਗਜ਼ਾਂ ਦੀ ਜ਼ਰੂਰਤ ਹੈਗੀ ਹੈ, ਉਹ ਹੈਗਾ ਤੁਸੀਂ ਕੈਨ ਪਲੱਸ ਦੇ ਥੱਲੇ ਜੇ ਅਪਲਾਈ ਕੀਤਾ। ਜੇ ਤੁਸੀਂ ਰੈਗੂਲਰ ਵਿਜ਼ਿਟਰ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ, ਫਿਰ ਜੋ ਵੀ ਰਿਕੁਆਇਰਮੈਂਟਸ ਨੇ ਤੁਹਾਨੂੰ ਉਹ ਸਾਰੀਆਂ ਮੀਟ ਕਰਨੀਆਂ ਪੈਣਗੀਆਂ। ਪਰ ਜਿਵੇਂ ਇਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਟਾਈਮਲੀ ਮੈਨਰ 'ਚ ਵਿਜ਼ਿਟ ਕਰਕੇ ਗਏ ਨੇ, ਤਾਂ ਫਿਰ ਉਹ ਕੈਨ ਪਲੱਸ 'ਚ ਅਪਲਾਈ ਕਰ ਸਕਦੇ ਨੇ। ਸਾਨੂੰ ਵੀ ਕਾਲ ਕਰ ਸਕਦੇ ਨੇ ਇਸ ਪਰਪਸ ਲਈ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਮੈਂ ਕੈਲਗਰੀ ਤੋਂ ਬੋਲ ਰਹੀ ਹਾਂ ਜੀ। ਜੀ ਮੈਮ, ਦੱਸੋ ਕੀ ਸਵਾਲ ਹੈ? ਹੈਲੋ। ਹਾਂਜੀ, ਦੱਸੋ ਕੀ ਸਵਾਲ ਹੈ? ਮੇਰੇ ਤਾਂ ਹਾਂਜੀ ਮੇਰੇ ਡੈਡੀ ਦਾ ਕੀਤਾ ਸੀਗਾ ਜੀ ਅਪਲਾਈ ਸੁਪਰ ਵੀਜ਼ਾ ਜੀ,
ਤੇ ਉਹਨਾਂ ਦਾ ਮੈਡੀਕਲ ਪਾਸ ਹੋ ਗਿਆ ਸੀਗਾ ਜੀ 15 ਜੁਲਾਈ ਨੂੰ। ਜੀ ਤੇ ਜੀ ਉਹਨਾਂ ਦਾ ਪੁੱਛਣਾ ਸੀਗਾ ਜੀ, ਉਹਨਾਂ ਦਾ ਕੁਝ ਆਇਆ ਨਹੀਂਗਾ, ਕੋਈ ਪਾਸਪੋਰਟ ਦੀ ਰਿਕੁਐਸਟ ਹੋਈ ਨਹੀਂ ਜੀ ਹਲੇ। ਓਕੇ, ਆਪਾਂ ਟੀਵੀ ਸਕਰੀਨ ਤੇ ਆਂਸਰ ਹਾਂਜੀ। ਉਹਦੇ ਬਾਰੇ ਪੁੱਛਣਾ। ਸੋ ਉਹਨਾਂ ਦੇ ਬਾਇਓਮੈਟ੍ਰਿਕਸ ਕਰਾਉਣ ਦੀ ਜ਼ਰੂਰਤ ਤਾਂ ਨਹੀਂ ਸੀ ਜੇ ਉਹਨਾਂ ਨੂੰ ਉਹਨਾਂ ਦੇ ਪਹਿਲਾਂ ਹੋ ਚੁੱਕੇ ਨੇ ਜਾਂ ਨਹੀਂ ਹੋ ਗਿਆ ਜੀ, ਉਹ ਹੋ ਚੁੱਕਿਆ ਜੀ, ਸਭ ਕੁਝ ਹੋ ਚੁੱਕਿਆ ਜੀ। ਹਾਂਜੀ। ਸੋ ਇਸ ਕੇਸ ਦੇ ਵਿੱਚੋਂ ਇਹਨਾਂ ਨੂੰ ATIP ਜ਼ਰੂਰ ਕਰਨਾ ਚਾਹੀਦਾ ਜੀ, ਕਿਉਂਕਿ ਇਹ ਅਨਡਿਊ ਡਿਲੇ ਹੈਗਾ। ਜੇ 15 ਜੁਲਾਈ ਨੂੰ ਹੋ ਚੁੱਕਿਆ ਸੀ ਤੇ ਬਾਇਓਮੈਟ੍ਰਿਕਸ ਦੀ ਜ਼ਰੂਰਤ ਨਹੀਂ, ਤਾਂ ਫਿਰ ਇਹ ਇੰਨਾ ਟਾਈਮ ਨਹੀਂ ਲੱਗਣਾ ਚਾਹੀਦਾ। ਫਿਰ ਕੋਈ ਹੋਰ ਕੰਸਰਨਸ ਕੇਸ ਦੇ ਵਿੱਚੋਂ ਹੈਗੀਆਂ ਨੇ, ਤੋ ਮੈਂ ਕਾਲਰ ਨੂੰ ਕਹੂੰਗਾ ਸਾਡੇ ਆਫਿਸ ਨੂੰ ਕਾਲ ਕਰ ਲੈਣ ਜੀ, ਨੰਬਰ ਸਕਰੀਨ ਤੇ ਆ ਰਿਹਾ ਹੈਗਾ, ਤੇ ਫਿਰ ਉਹਨਾਂ ਦੀ ਅੱਗੇ ਮਦਦ ਕੀਤੀ ਜਾ ਸਕਦੀ ਜੀ। ਬਿਲਕੁਲ, ਤੇ ਆਪਾਂ ਸਰ ਪ੍ਰੂਫਸ ਦੇ ਬਾਰੇ ਵਿੱਚ ਗੱਲ ਕਰ ਰਹੇ ਸੀਗੇ। ਬਿਲਕੁਲ ਜੀ। ਸੋ ਹੁਣ ਜਿਹੜਾ ਆਪਾਂ ਟੈਸਟ ਦੀ ਗੱਲ ਕਰ ਰਹੇ ਜੀ, ਇੱਕ ਦਰਸ਼ਕ ਪਹਿਲਾਂ ਹੋਰ ਜੁੜ ਗਏ ਨੇ, ਲੈ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਸਰੀ ਤੋਂ ਬੋਲਦਾ, ਗੁਰਬੀਰ ਸਿੰਘ ਜੀ ਸਰੀ ਤੋਂ ਬੋਲ ਰਹੇ ਹੋ ਜੀ, ਦੱਸੋ ਕੀ ਸਵਾਲ ਹੈ ਤੁਹਾਡਾ? ਹਾਂਜੀ। ਅਸੀਂ 18 ਮਹੀਨੇ ਪਹਿਲਾਂ ਬੇਸਿਕ ਤੇ ਲਾਈ ਸੀਗੀ, ਸਾਡੀ ਹੁਣ ਫੈਡਰਲ ਦੀ ਬੈਚ ਲੱਗੀ ਹੋਈ ਹੈ ਤੇ ਮੈਡੀਕਲ ਵੀ ਉਹਨਾਂ ਨੂੰ ਡਨ ਹੋ ਗਿਆ ਹੋਇਆ, ਪਰ ਉਹਦਾ ਕੋਈ ਰਿਸਪੌਂਸ ਨਹੀਂ ਆ ਰਿਹਾ। ਸਰ ਕੁਝ ਪੁੱਛਣਾ ਚਾਹੋ? ਹਾਂਜੀ। ਸੋ ਇਹ ਰੈਗੂਲਰ ਪ੍ਰੋਸੈਸਿੰਗ ਹੈਗੀ ਹੈ ਜੀ, ਉਹ ਆਪ ਜੀ ਦੀ ਬਾਰੀ ਆ ਜਾਣੀ ਹੈ ਜੀ। ਜੇ ਤਾਂ DCPNP 18 ਮਹੀਨੇ ਹੋਣ ਦਾ ਮਤਲਬ ਨਹੀਂ ਕਿ ਤੁਹਾਡੀ ਇਮੀਗ੍ਰੇਸ਼ਨ ਹੋ ਜਾਣੀ ਹੈ। ਟੈਕਨੀਕਲੀ ਤੁਹਾਡਾ ਟਾਈਮ ਉਦੋਂ ਸ਼ੁਰੂ ਹੁੰਦਾ ਜਦੋਂ ਤੁਹਾਡੀ ਫਾਈਲ ਇਮੀਗ੍ਰੇਸ਼ਨ ਦੇ ਵਿੱਚ ਜਾਂਦੀ ਹੈ। ਸੋ PNP ਵਾਲੇ ਟਾਈਮ ਨੂੰ ਆਪਾਂ ਸਾਡੀ ਟ੍ਰਾਂਜੈਕਸ਼ਨ ਲੱਗੀ ਹੋਈ ਹੈ। ਹਾਂਜੀ, ਕਦੋਂ ਲੱਗੀ ਸੀ? ਕਦੋਂ ਲੱਗਿਆ ਸੀ ਜੀ ਇਮੀਗ੍ਰੇਸ਼ਨ ਦੇ ਵਿੱਚੋਂ? 16 ਮਹੀਨੇ ਹੋ ਗਏ। ਹਾਂਜੀ, ਤੇ ਫਿਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ, ਕਾਲ ਕਰੋ। ਧੰਨਵਾਦ ਜੀ ਸਰ। ਸੋ ਬਹੁਤ ਅਨਡਿਊ ਹੈਗਾ ਜੀ, 16 ਮਹੀਨੇ ਦੀ ਕਰੀਬਨ ਸਾਲ ਦੇ ਵਿੱਚੋਂ ਫੈਸਲਾ ਆ ਜਾਂਦਾ ਹੈ। ਇਹ ਪੋਸੀਬਲ ਹੈਗਾ ਕਿ ਤੁਹਾਡੇ ਕੇਸ ਦੇ ਵਿੱਚੋਂ ਕੋਈ ਨਾ ਕੋਈ ਇਨਵੈਸਟੀਗੇਸ਼ਨ ਜਿਹੜਾ ਚੱਲ ਰਿਹਾ ਹੋਵੇ। तो सब तो पहले तो ATIP करना चाहिए जी, ताकि वो तो पता लगे कि फाइल ते की हो रहा है, तो उस तो बाद ही ਉਹਦਾ हल कोई कीता जा सकता है। नेक्स्ट कॉलर जुड़ गए ने। हेलो हेलो, सत श्री अकाल जी। हेलो, हाँ जी मैम जी, रखो सवाल जी। की सवाल है? मैंने अपने स्पाउस बिल बारे पता करना सीगा। मेरा 3 सितंबर ਨੂੰ मैं ਇੱਥੇ ਕੈਨੇਡਾ ਚ ਆਈ ਸੀ ਤੇ ਮੇਰੇ 21 ਤੋਂ ਕਲਾਸਿਸ ਸਟਾਰਟ ਹੈ। ਮੈਂ ਸਪਾਊਸ ਬਿਲ ਬਾਰੇ ਪਤਾ ਕਰਨਾ ਸੀ, ਮੈਂ ਕਦੋਂ ਅਪਲਾਈ ਕਰ ਸਕਦੀ ਹਾਂ? हाँ जी, ਇਹਦਾ ਆਨਸਰ ਪਹਿਲਾਂ ਵੀ ਕਾਲਰ ਲਈ ਦਿੱਤਾ ਸੀਗਾ। ਜਿਸ ਦਿਨ ਤੁਹਾਡਾ ਪਹਿਲਾ ਦਿਨ ਸਕੂਲ ਸ਼ੁਰੂ ਹੋ ਗਿਆ ਤੁਸੀਂ ਉਸੇ ਦਿਨ ਕਰ ਸਕਦੇ ਆ ਜੀ। ਜੀ ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ। ਤੇ ਸਰ ਆਪਾਂ ਗੱਲ ਕਰੀਏ ਟੌਪਿਕ ਤੇ। ਬਿਲਕੁਲ ਜੀ। तो ਜਿਹੜਾ ਆਮ ਤੌਰ ਤੇ ਜਿਹੜੇ ਮੈਂ ਕੇਸਸ ਰਿਫਿਊਜ਼ ਹੋਏ ਦੇਖਦਾ, ਉਹ ਯੂਜੂਅਲੀ ਕੀ ਹੈਗਾ, ਜਿਵੇਂ ਆਪਾਂ ਪਹਿਲਾਂ ਵੀ ਕਾਲਰ ਨੇ ਕਾਲ ਕੀਤਾ ਸੀ ਕਿ ਉਹਨਾਂ ਨੇ ਪਹਿਲਾਂ ਵਿਆਹ ਨਹੀਂ ਹੋਇਆ ਸੀ, ਉਹਨਾਂ ਨੇ ਐਪਲੀਕੇਸ਼ਨ ਕੀਤਾ ਹੋਇਆ ਸੀ, ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੋ ਗਿਆ, ਫੈਬਰਰੀ ਚ ਮਾਰਚ ਉਹਨੂੰ ਵੀਜ਼ਾ ਮਿਲ ਗਿਆ ਤੇ ਇੱਥੇ ਆ ਗਏ ਸੀ। ਇਹ ਬਹੁਤ ਕੁਐਸਚਨੇਬਲ ਇੰਟੈਂਟ ਦਿਖਾਉਂਦਾ ਹੈਗਾ। ਉਹ ਕਿਉਂ ਹੈਗਾ? ਕਿਉਂਕਿ ਇੰਡੀਵਿਜੂਅਲ ਨੂੰ ਪਤਾ ਹੈ ਕਿ ਉਹਨੇ 2 ਸਾਲ ਦੀ ਪੜ੍ਹਾਈ ਕਰਨੀ ਹੈ ਤੇ ਉਸ ਤੋਂ ਬਾਅਦ ਉਹ ਕੈਨੇਡਾ ਲਈ ਜਾ ਰਿਹਾ ਹੈ, ਤਾਂ ਕਿਉਂ 10 ਦਿਨਾਂ ਨੂੰ ਆਉਣ ਤੋਂ ਪਹਿਲਾਂ ਵਿਆਹ ਕਿਉਂ ਕਰਾਊਗਾ? ਆਮ ਤੌਰ ਤੇ ਜਿਹੜੇ ਲੋਕ ਨੇ ਉਹ ਵਿਆਹ ਇਕੱਠੇ ਰਹਿਣ ਲਈ ਕਰਵਾਉਂਦੇ ਹੈਗੇ। ਇਹ ਨਹੀਂ ਕਿ ਉਹਨੂੰ ਪਤਾ ਹੈਗਾ ਉਹ 10 ਦਿਨਾਂ ਨੂੰ ਉਹਨੇ ਚਲੇ ਜਾਣਾ ਤੇ ਉਹ ਵਿਆਹ ਕਰਾਊਗਾ। ਜੇ ਤੁਹਾਡੇ ਕੋਲ ਉਹਦਾ ਰੀਜ਼ਨੇਬਲ ਐਕਸਪਲੇਨੇਸ਼ਨ ਹੈਗਾ ਇਸ ਗੱਲ ਦਾ, ਫਿਰ ਤਾਂ ਠੀਕ ਹੈ ਜੀ, ਕਿਉਂਕਿ ਇਹਦੇ ਚ ਇਸ ਚੀਜ਼ ਨੂੰ ਇਨਕਰੇਜ ਕਰਨ ਲਈ ਤਾਂ ਕਿ ਜਿਹੜੀਆਂ ਜੈਨੂਇਨ ਰਿਲੇਸ਼ਨਸ਼ਿਪਸ ਨੇ ਉਹ ਨਾ ਰੈਪਰੀਮੈਂਡ ਹੋਣ। ਕਾਨੂੰਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੈਗਾ ਕਿ ਜੇ ਤੁਹਾਡਾ ਵਿਆਹ ਪਹਿਲਾਂ ਹੋਇਆ ਤੁਹਾਡੇ ਫਾਈਲ ਅਪਲਾਈ ਕਰਨ ਤੋਂ, ਤਾਂ ਤੁਸੀਂ ਸਪਾਊਸ ਦੀ ਐਪਲੀਕੇਸ਼ਨ ਨਾਲ ਹੀ ਕਰ ਸਕਦੇ ਹੈਗੇ, ਤਾਂ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ। ਜਦੋਂ ਤੁਸੀਂ ਆਪਣੀ ਸਟੱਡੀ ਪਰਮਿਟ ਐਪਲੀਕੇਸ਼ਨ ਕੀਤੀ, ਨਾਲ ਦੀ ਨਾਲ ਹੀ ਤੁਸੀਂ ਆਪਣੇ ਸਪਾਊਸ ਦੀ ਐਪਲੀਕੇਸ਼ਨ ਵੀ ਕਰ ਸਕਦੇ ਹੋ। ਪਰ ਜੇ ਉਹ ਬਾਅਦ ਚੋਂ ਹੋ ਰਿਹਾ ਤਾਂ ਫਿਰ ਉਹ ਨਹੀਂ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਸਕਦਾ। ਪਰ ਜੇ ਤੁਸੀਂ ਜਿਵੇਂ ਆਪਾਂ ਪਹਿਲਾਂ ਸ਼ਾਵੇਜ਼ ਰੋਡਰੀਗੋ ਵਰਸਸ ਮਿਨਿਸਟਰ ਕੇਸ ਦੀ ਗੱਲ ਕੀਤੀ ਸੀ, ਜੇ ਤੁਸੀਂ ਨਾਨ ਐਗਜ਼ੌਸਟਿਵ ਲਿਸਟ ਸਾਰੇ ਕ੍ਰਾਈਟੇਰੀਆ ਮੀਟ ਕਰਦੇ ਹੋ, ਫਿਰ 10 ਦਿਨਾਂ ਨਾਲ ਵੀ ਕੋਈ ਫਰਕ ਨਹੀਂ ਪੈ ਜਾਣਾ। ਪਰ ਜੇ 10 ਦਿਨ ਨੂੰ ਤੁਸੀਂ ਆ ਵੀ ਜਾਣਾ ਤੇ ਤੁਸੀਂ ਸਬੂਤ ਵੀ ਨਹੀਂ ਹੈਗੇ, ਫਿਰ ਕੁਐਸਚਨ ਮਾਰਕ ਲੱਗ ਜਾਏਗਾ। ਬਿਲਕੁਲ, ਇੱਕ ਦਰਸ਼ਕ ਹੋ ਜੁੜ ਗਏ ਨੇ। ਹੈਲੋ ਹੈਲੋ हेलो, हाँ जी, सत श्री अकाल जी। हाँ जी, कितों बोल रहे हो जी? क्वेश्चन पूछना, मैं सरी तो बोलता जी। जी सर, की सवाल है? सवाल मैम मेरा है जी, मैं LMA अप्लाई की थी दिसंबर से। सर प्लीज अपने टीवी स्क्रीन ਦੀ ਆਵਾਜ਼ ਨੂੰ ਘੱਟ ਕਰਕੇ ਸਰ ਨਾਲ ਗੱਲ ਕਰੋ ਜੀ। मैं फाइल अप्लाई की थी दिसंबर से जी LMA, ਤੇ ਮੇਰੇ ਫਿੰਗਰਪ੍ਰਿੰਟ ਆਏ ਸੀ ਮੈਂ ਮਾਰਚ ਚ, ਤੇ ਕਰੋਨਾ ਕਰਕੇ ਫਿਰ ਬੰਦ ਹੋ ਗਿਆ ਸਭ ਕੁਝ, ਮੇਰੇ ਫਿੰਗਰਪ੍ਰਿੰਟ ਹੋਈ ਨਹੀਂ।
ਤੇ ਹੁਣ ਮੈਮ ਜਿੱਦਾਂ ਕਹਿੰਦੇ ਆ ਕਿ ਫਿੰਗਰਪ੍ਰਿੰਟ ਕੈਂਸਲ ਹੋ ਗਿਆ ਤੇ ਪਰ ਜਿੱਦਾਂ ਜਿਹੜਾ ਮੇਰਾ ਲਾਇਰ ਹੈ ਉਹਨੂੰ ਉਹ ਕਹਿੰਦਾ ਕਿ ਮੈਂ 2-3 ਵਾਰੀ ਰਿਕੁਐਸਟ ਵੀ ਪਾਈ ਹੈ ਪਰ ਕੋਈ ਉਹਨਾਂ ਦਾ ਮੈਮ ਅੱਗੇ ਆ ਨਹੀਂ ਰਿਹਾ ਜਿੱਦਾਂ ਰਿਸਪੌਂਸ। ਤੇ ਮੈਂ ਤੁਹਾਨੂੰ ਪੁੱਛਣਾ ਕੀ ਕਰਨ ਹੋ ਸਕਦਾ, ਅਸੀਂ ਕੀ ਕਰ ਸਕਦੇ ਹਾਂ? ਆਪ ਜੀ ਦਾ ਸਵਾਲ ਕਲੀਅਰ ਨਹੀਂ ਹੈਗਾ ਜੀ। LMIA ਤੁਸੀਂ ਨਹੀਂ ਅਪਲਾਈ ਕੀਤੀ, LMIA ਤੁਹਾਡੇ EMPLOYER ਨੇ ਅਪਲਾਈ ਕੀਤੀ ਸੀ ਜੀ। ਸੋ LMIA ਮਿਲਣ ਤੋਂ ਬਾਅਦ ਵਰਕ ਪਰਮਿਟ ਐਪਲੀਕੇਸ਼ਨ ਅਪਲਾਈ ਕੀਤਾ ਤੁਸੀਂ? ਹਾਂਜੀ ਹਾਂਜੀ ਸਰ, ਵਰਕ ਪਰਮਿਟ ਐਪਲੀਕੇਸ਼ਨ ਅਪਲਾਈ ਕੀਤਾ ਜੀ। ਵਰਕ ਪਰਮਿਟ ਤੋਂ ਤੁਹਾਡਾ ਪਹਿਲਾਂ ਸਟੇਟਸ ਕੀ ਸੀ ਕੈਨੇਡਾ ਦੇ ਵਿੱਚੋਂ? ਪਹਿਲਾਂ ਮੈਂ ਸਟੂਡੈਂਟ ਸੀ ਸਰ। ਪਹਿਲਾਂ ਮੈਂ ਤੁਸੀਂ ਸਟੂਡੈਂਟ ਸੀ ਤੇ ਤੁਸੀਂ ਵਰਕ ਪਰਮਿਟ ਲਈ ਐਪਲੀਕੇਸ਼ਨ ਕੀਤੀ? ਹਾਂਜੀ LMI ਲਈ ਸਰ, ਕਲੋਜ਼ ਵਰਕ ਪਰਮਿਟ ਲਈ। ਹਾਂਜੀ LMIA ਲਈ ਨਹੀਂ, ਵਰਕ ਪਰਮਿਟ ਲਈ ਕੀਤੀ। LMIA ਦੇ ਬੇਸ ਦੇ ਉੱਤੇ ਇਹੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂਜੀ ਸਰ, ਇਹੋ ਕਹਿਣਾ ਚਾਹ ਰਹੇ। ਸੋ ਤੁਸੀਂ ਮਾਰਚ 'ਚੋਂ ਐਪਲੀਕੇਸ਼ਨ ਕੀਤਾ ਸੀ? ਨਹੀਂ ਸਰ, ਦਸੰਬਰ 'ਚ ਕੀਤਾ ਸੀ ਤੇ ਫਿਰ ਫਿੰਗਰਪ੍ਰਿੰਟ ਦੀ ਡੇਟ ਮੇਰੀ ਫੈਬ 'ਚ ਆਈ ਸੀ ਤੇ ਮੈਂ ਮਾਰਚ 'ਚ ਡੇਟ ਬੁੱਕ ਕਰਾਈ ਸੀ ਫਿੰਗਰਪ੍ਰਿੰਟ ਦੀ, ਬਾਇਓਮੈਟ੍ਰਿਕ ਦੀ। ਹਾਂਜੀ, ਸੋ ਤੁਹਾਡਾ ਕੇਸ ਹੈ ਜਿਹੜਾ ਉਹ ਬਹੁਤ ਅਨਡਿਊ ਡਿਲੇ ਹੈਗਾ। ਲੱਗਦਾ ਹੈ ਕਿ ਉਹ ਤੁਹਾਡੇ ਲੋਕਲ ਆਫਿਸ ਨੂੰ ਟ੍ਰਾਂਸਫਰ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਉਹ 'ਤੇ ਕੋਈ ਨਾ ਕੋਈ ਇਨਵੈਸਟੀਗੇਸ਼ਨ ਹੋ ਰਿਹਾ ਹੈਗਾ ਤੇ ਤੁਹਾਨੂੰ ਸ਼ਾਇਦ ਇੰਟਰਵਿਊ ਲਈ ਵੀ ਬੁਲਾਉਣਾ ਪਵੇ। ਸੋ ਸਭ ਤੋਂ ਵਧੀਆ ਇਹਦਾ ਜਿਹੜਾ ਤਰੀਕਾ ਹੈਗਾ ਉਹ ਪਹਿਲਾਂ ਹੀ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਥੱਲੇ ਪਟੀਸ਼ਨ ਕਰਨਾ ਚਾਹੀਦਾ ਤਾਂ ਕਿ ਆਪਾਂ ਨੂੰ ਪਹਿਲਾਂ ਹੀ ਐਡਵਾਂਸ ਜਾਣਕਾਰੀ ਹੋਵੇ ਆਪਣੇ ਕੇਸ 'ਚ ਕੀ ਹੋ ਰਿਹਾ ਹੈਗਾ, ਕਿਉਂਕਿ ਇਹ ਬਹੁਤ ਅਨਯੂਜੂਅਲ ਹੈਗਾ ਤੁਹਾਡੇ ਮੈਟਰ ਦੇ ਵਿੱਚੋਂ ਕਿ ਜੇ ਤੁਹਾਨੂੰ ਬਾਇਓਮੈਟ੍ਰਿਕਸ ਵੀ ਹੋ ਗਏ ਤੇ ਉਸ ਤੋਂ ਬਾਅਦ ਹਾਲੇ ਤੱਕ ਫੈਸਲਾ ਨਹੀਂ ਹੋਇਆ। ਨਹੀਂ ਸਰ, ਬਾਇਓਮੈਟ੍ਰਿਕ ਹੋਈ ਨਹੀਂ। ਬਾਇਓਮੈਟ੍ਰਿਕ ਲਾਕਡਾਊਨ ਕਰਕੇ ਕੈਂਸਲ ਹੋ ਗਿਆ, ਸਭ ਕੁਝ ਬੰਦ ਹੋ ਗਿਆ ਸੀ ਨਾ ਜੀ। ਬਿਲਕੁਲ, ਬਾਕੀ ਦਾ ਸਵਾਲ ਜੀ, ਬਾਕੀ ਦਾ ਜਵਾਬ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਕਾਲ ਕਰਨ ਲਈ ਧੰਨਵਾਦ ਜੀ ਸਰ। ਜੀ ਉਹਨਾਂ ਨੇ ਸ਼ਾਇਦ ਮੈਂ ਗੱਲ ਸਮਝਿਆ, ਉਹਨਾਂ ਨੇ ਕਿਹਾ ਕਿ ਮੈਨੂੰ ਫਿੰਗਰਪ੍ਰਿੰਟ ਦੀ ਰਿਕੁਐਸਟ ਆਈ ਸੀ। ਹਾਂਜੀ, ਤੇ ਉਹਨਾਂ ਦੇ ਮਾਰਚ ਵਿੱਚ ਉਹਨਾਂ ਨੇ ਉਹ ਅਪਾਇੰਟਮੈਂਟ ਬੁੱਕ ਕਰਵਾਈ ਸੀ ਬਟ ਉਹ ਹੋ ਨਹੀਂ ਸਕੀ, ਕੈਂਸਲ ਹੋ ਗਿਆ। ਹਾਂਜੀ, ਉਹ ਤੋਂ ਐਗਜ਼ੈਂਪਸ਼ਨ ਮਿਲ ਚੁੱਕਿਆ ਹੈਗਾ। ਓਕੇ, तो हुण जे कोई भी कैनेडा च हैगा ਤੁਹਾਨੂੰ ਬਾਇਓਮੈਟ੍ਰਿਕਸ ਦੀ ਕੋਈ ਐਗਜ਼ੈਂਪਸ਼ਨ ਦੀ ਜ਼ਰੂਰਤ ਨਹੀਂ ਹੈਗੀ ਹੈ, ਪਰ ਤਾਂ ਵੀ ਜਿਹੜਾ ਹੁਣ ਤੱਕ ਉਹ ਕੇਸ ਪ੍ਰੋਸੈਸ ਹੋ ਜਾਣਾ ਚਾਹੀਦਾ ਸੀ ਜੋ ਦਸੰਬਰ ਦਾ ਕੇਸ ਹੈਗਾ, ਕਿਉਂਕਿ ਇਸ ਵੇਲੇ ਫੈਬਰੂਰੀ ਮਾਰਚ ਵਾਲੇ ਕੇਸਸ ਦੇ ਉੱਤੇ ਫੈਸਲਾ ਹੋ ਰਿਹਾ ਹੈ। ਸੋ ਕਿਤੇ ਨਾ ਕਿਤੇ ਕੋਈ ਨਾ ਕੋਈ ਇਨਵੈਸਟੀਗੇਸ਼ਨ ਦਾ ਮਾਮਲਾ ਜਿਹੜਾ ਹੈਗਾ। ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਗਏ ਨੇ ਤੇ ਆਲਮੋਸਟ ਇਹ ਲਾਸਟ ਕਾਲ ਅਸੀਂ ਲੈ ਰਹੇ ਹਾਂ। ਹੈਲੋ ਹਾਂਜੀ, ਮੈਂ ਹਰਜੀਤ ਕੌਰ ਬੋਲ ਰਹੀ ਹਾਂ ਵੈਂਕੂਵਰ ਤੋਂ। ਜੀ ਹਰਜੀਤ ਜੀ। ਹਾਂਜੀ, ਸਾਡੀ ਸੈਮੀ ਸਕਿਲਡ ਕੈਟਾਗਰੀ ਦੇ ਅੰਦਰ BCP ਐਂਡ PNPA ਅਪਰੂਵਡ ਹੋਏ ਨੂੰ 1.5 ਸਾਲ ਹੋ ਗਿਆ। ਉਸ ਤੋਂ ਬਾਅਦ ਫੈਡਰਲ 'ਚ ਫਾਈਲ ਲੱਗੀ ਹੋਈ ਹੈ 1.5 ਸਾਲ ਹੋ ਗਏ ਤੇ ਹਾਲੇ ਕੋਈ ਰਿਸਪੌਂਸ ਨਹੀਂ ਆਇਆ। ਆਲਮੋਸਟ ਮੈਡੀਕਲ ਵੀ ਚਲਾ ਗਿਆ ਤਾਂ ਬਾਇਓਮੈਟ੍ਰਿਕਸ ਵਗੈਰਾ ਵੀ ਸਭ ਕੁਝ ਹੋ ਗਏ ਹੋਏ ਨੇ ਨਾ। ਆਪਾਂ ਇਹਦਾ ਆਈ ਥਿੰਕ ਜਵਾਬ ਪਹਿਲਾਂ ਵੀ ਦੇ ਚੁੱਕੇ ਹਾਂ। ਹਾਂਜੀ, ਪਹਿਲਾਂ ਵੀ ਦਿੱਤਾ ਸੀਗਾ। ਇਹ ਬਹੁਤ ਅਨਡਿਊ ਡਿਲੇ ਹੈਗਾ ਤੇ ਦੂਜਾ ਮੈਡੀਕਲ ਹੋਣ ਦਾ ਮਤਲਬ ਇਹ ਨਹੀਂ ਕਿ ਥੋੜਾ ਕੇਸ ਪ੍ਰੋਸੈਸ ਹੋ ਜਾਣਾ ਜੀ। ਮੈਡੀਕਲ ਜਦੋਂ ਐਕਸਪਾਇਰ ਹੋ ਗਿਆ ਤਾਂ ਨਵਾਂ ਮੈਡੀਕਲ ਮੰਗ ਲਿਆ ਜਾਊਗਾ ਜੀ। ਜੀ, ਆਪਾਂ ਬਾਕੀ ਦਾ ਸਵਾਲ ਟੀਵੀ ਸਕਰੀਨ ਤੇ ਦੱਸ ਸਕਦੇ ਹਾਂ। ਉਹਨੂੰ ਵੀ ਆਲਮੋਸਟ 8 ਮੰਥ ਹੋ ਗਏ ਹੋਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ PCC ਮੰਗਿਆ ਸੀ ਇੰਡੀਆ ਤੋਂ ਤੇ ਆਪਣੇ ਇੱਧਰ ਉਹ ਸਭ ਕੁਝ ਦੇ ਚੁੱਕੇ ਹੋਏ ਆ। ਇਵਨ ਆਪਣੀ ਇਮੀਗ੍ਰੇਸ਼ਨ ਦੀ ਲੈਂਡਿੰਗ ਫੀਸ ਹੈ ਉਹ ਵੀ ਪੇ ਕਰ ਚੁੱਕੇ ਹੋਏ ਆ ਉਹਨਾਂ ਨੂੰ, ਹੈ ਨਾ ਜੀ। ਬਿਲਕੁਲ, ਬਾਕੀ ਦਾ ਆਨਸਰ ਵੀ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਕਾਲ ਕਰਨ ਲਈ ਧੰਨਵਾਦ। ਇੱਕ ਕਾਲਰ ਹੋਰ ਜੁੜੇ ਸੀ, ਅਸੀਂ ਮਾਫੀ ਚਾਹਾਂਗੇ ਕਿ ਅਸੀਂ ਹੋਰ ਕਾਲਸ ਨਹੀਂ ਲੈ ਪਾ ਰਹੇ ਜੀ ਸਰ। ਹਾਂਜੀ, ਸੋ ਜਿਹੜੀਆਂ ਡਿਲੇਸ ਨੇ, ਅੱਜ ਬਹੁਤ ਸਾਰੇ ਸਵਾਲ ਇਸੇ ਤੇ ਆਏ ਸੀ। ਉਹਦਾ ਆਨਸਰ ਹੈਗਾ ਕਿ ਆਪਾਂ ਨੂੰ ATIP ਕਰਨਾ ਚਾਹੀਦਾ, ਤਾਂ ਹੀ ਆਪਾਂ ਨੂੰ ਆਪਣੇ ਮਾਮਲੇ ਬਾਰੇ ਪਤਾ ਚੱਲੂਗਾ। ਉਹਦਾ ਇੱਕ ਹੋਰ ਫਾਇਦਾ ਵੀ ਹੈਗਾ। ਕਈ ਵਾਰੀ ਕੀ ਹੁੰਦਾ, ਜਦੋਂ ਆਪਾਂ ATIP ਕਰਦੇ ਹਾਂ ਕੋਈ ਕਾਪੀ ਕਰਨ ਲਈ ਉਹ ਫਾਈਲ ਚੁੱਕਦਾ ਤੇ ਉਹ ਦੇਖਦਾ ਕਿ ਪ੍ਰੋਸੈਸ ਹੋਣ ਵਾਲਾ, ਕਈ ਵਾਰੀ ਉਹ ਨਾਲੇ ਪ੍ਰੋਸੈਸ ਵੀ ਸ਼ੁਰੂ ਕਰ ਦਿੰਦੇ ਆ ਜੀ। ਜੀ ਬਿਲਕੁਲ। ਇਹਦੇ ਨਾਲ ਨਾਲ ਆਪਾਂ ਅੱਜ ਦੇ ਟੌਪਿਕ ਤੇ ਗੱਲ ਕਰੀਏ ਜੀ, ਤਾਂ ਜਿਹੜੀ ਸਬੂਤ ਨੇ, ਜੇ ਤੁਸੀਂ ਉਹ ਬਿਨਾਂ ਸਬੂਤਾਂ ਤੋਂ ਆਪਦੀ ਐਪਲੀਕੇਸ਼ਨ ਲਾਓਗੇ ਤਾਂ ਆਫਿਸਰ ਨੂੰ ਸਪੈਕੂਲੇਟ ਕਰਨ ਦਾ ਮੈਂਡੇਟ ਨਹੀਂ ਹੈਗਾ ਕਿ ਉਹ ਦੇਖੇ ਕਿ ਹਾਂ ਅੰਦਾਜ਼ਾ ਲਾਵੇ ਇਹ ਸਹੀ ਹੈ ਕਿ ਨਹੀਂ ਹੈ, ਉਹ ਰਿਫਿਊਜ਼ ਕਰੂਗਾ ਹੀ ਕਰੂਗਾ। ਦੂਜਾ, ਜੇ ਤੁਸੀਂ ਸਾਰੇ ਸਬੂਤ ਵੀ ਲਾਉਂਦੇ ਹੋ ਉਸ ਤੋਂ ਬਾਅਦ ਤੁਹਾਡਾ ਕੇਸ ਰਿਫਿਊਜ਼ ਹੁੰਦਾ ਫਿਰ ਤੁਸੀਂ ਉਹਨੂੰ ਅਪੀਲ ਜ਼ਰੂਰ ਕਰੋ ਜੀ, ਕਿਉਂਕਿ ਆਫਿਸਰ ਦੇ ਸਾਰੇ ਡਿਸੀਜਨ ਸਹੀ ਨਹੀਂ ਹੈਗੇ। ਕਿਉਂਕਿ ਉਹਦਾ ਉਹ ਕਿਹੜਾ ਵਰਡ ਆਫ ਗॉड ਹੈ ਕਿ ਜੋ ਉਹਨੇ ਕਹਿਤਾ ਉਹੀ ਸੱਚ ਹੈ। ਇਸ ਲਈ ਤਾਂ ਅਦਾਲਤ ਬਣੀ ਹੈ ਨਾ ਕਿ ਜੇ ਉਹ ਫੈਸਲਾ ਸਹੀ ਨਹੀਂ ਤੇ ਆਪਾਂ ਨੂੰ ਚੈਲੰਜ ਕਰ ਸਕਦੇ ਹਾਂ, ਅਦਾਲਤ ਜਾ ਸਕਦੇ ਹਾਂ। ਦੂਜਾ, ਕਈ ਵਾਰੀ ਕੀ ਹੁੰਦਾ ਕਿ ਜਿਹੜੇ ਇੰਡੀਆ ਚੋਂ ਖਾਸ ਕਰਕੇ ਮੈਂ ਦੇਖਦਾ ਉਹ ਲੋਕ ਇਹ ਮਾਮਲਿਆਂ ਨੂੰ ਹੈਂਡਲ ਕਰਦੇ ਨੇ ਜਿਹੜੇ ਕਾਨੂੰਨ ਦੇ ਬਿਲਕੁਲ ਮਾਹਰ ਨਹੀਂ, ਉਹ ਕਾਲਜ ਦੇ ਏਜੰਟ ਹੈਗੇ ਨੇ, ਉਹੀ ਐਪਲੀਕੇਸ਼ਨ ਫਾਈਲ ਕਰੀ ਜਾ ਰਹੇ ਨੇ। ਉਹਨੂੰ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ, ਇੱਕ ਵਾਰ ਰਿਫਿਊਜ਼ ਹੋਇਆ ਫਿਰ ਐਪਲੀਕੇਸ਼ਨ ਕਰਤੀ, ਮਲਟੀਪਲ ਐਪਲੀਕੇਸ਼ਨਸ ਕੀਤੀਆਂ ਜਾ ਰਹੀਆਂ ਨੇ। ਉਹਦੇ ਨਾਲ ਕੀ ਹੁੰਦਾ ਕਿ ਕਾਨੂੰਨ 'ਚ ਇੱਕ ਟਰਮਾਂ ਨੂੰ ਕਹਿੰਦੇ ਨੇ ਰੇਜ਼ ਜੁਡੀਕਾਟਾ। ਰੇਜ਼ ਜੁਡੀਕਾਟਾ ਦਾ ਮਤਲਬ ਹੈ ਇਹ ਇੱਕ ਫੈਸਲੇ ਤੇ ਫਿਰ ਕਿਉਂ ਫੈਸਲਾ ਕੀਤਾ ਜਾਵੇ ਕਿ ਬੰਦਾ ਵੀ ਉਹੀ ਹੈ, ਤੱਥ ਵੀ ਉਹੀ ਹੈ, ਸਬੂਤ ਵੀ ਉਹੀ ਹੈ, ਫਿਰ ਫੈਸਲਾ ਵੀ ਉਹੀ ਰਹੇ। ਤਾਂ ਜਿੰਨਾ ਚਿਰ ਇਹ ਨਹੀਂ ਪਤਾ ਚੱਲਦਾ ਕਿ ਗਲਤ ਕੀ ਹੈ ਉਹਨਾਂ ਚਿਰ ਉਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਹੈਗਾ। ਤਾਂ ਜੇ ਮਲਟੀਪਲ ਰਿਫਿਊਜ਼ਲਸ ਹੋਈਆਂ ਨੇ, ਪਹਿਲਾਂ ਆ ਕੇ ਕਾਨੂੰਨੀ ਮਾਹਰ ਨਾਲ ਸਲਾਹ ਕਰੋ ਜੀ, ਆਪਦੇ ਸਬੂਤਾਂ ਨੂੰ ਸਹੀ ਕਰੋ ਤੇ ਫਿਰ ਇਹ ਹੱਲ ਕੀਤਾ ਜਾਵੇ। ਤੇ ਦੂਜਾ, ਜੇ ਤੁਸੀਂ ਪਹਿਲੀ ਵਾਰ ਲਾਉਣ ਜਾ ਰਹੇ ਹੋ ਤਾਂ ਪਹਿਲੀ ਵਾਰ ਹੀ ਉਹ ਐਪਲੀਕੇਸ਼ਨ ਨੂੰ ਆਪਣੀ ਨੂੰ ਪਰਫੈਕਟ ਕਰਕੇ ਲਾਓ
ਤਾਂ ਕਿ ਤੁਸੀਂ ਵੱਧ ਤੋਂ ਵੱਧ ਸਬੂਤ ਦੇ ਸਕੋ ਕਿ ਜਿਹੜਾ ਵਿਆਹ ਦਾ ਪਰਪਸ ਹੈ ਇਮੀਗ੍ਰੇਸ਼ਨ ਨਹੀਂ ਤੇ ਵਿਆਹ ਜੈਨੂਇਨ ਹੈ, ਤਾਂ ਹੀ ਤੁਹਾਡੇ ਹੱਕ 'ਚ ਉਹ ਫੈਸਲਾ ਹੋਊਗਾ। ਜੀ ਇੱਕ ਲਾਸਟ WhatsApp ਕਾਲ ਲੈ ਲੈਣੇ, ਆਈ ਥਿੰਕ ਇਹ ਕੈਨੇਡਾ ਤੋਂ ਸ਼ਾਇਦ ਬਾਹਰ ਦੀ ਕਾਲ ਹੈ। ਹੈਲੋ ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਇੰਡੀਆ ਤੋਂ ਮੈਂ ਇੰਡੀਆ ਤੋਂ ਬੋਲ ਰਿਹਾ ਸੀ ਜੀ ਸਰ ਦੱਸੋ ਕੀ ਸਵਾਲ ਹੈ? ਮੈਮ ਮੇਰਾ ਸਵਾਲ ਸੀ, ਮੇਰੀ ਡੇਟ ਆ ਗਈ ਸੀ ਬਾਇਓਮੈਟ੍ਰਿਕ 17 ਮਾਰਚ ਦੀ। ਜੀ ਤੁਸੀਂ ਕਿਸ ਬੇਸ ਦੇ ਉੱਤੇ ਕੇਸ ਲਗਾਇਆ ਹੋਇਆ ਸੀ ਸਰ? ਐਲਐਮਆਈ ਵਰਕ ਪਰਮਿਟ ਸੀ ਮੈਮ। ਓਕੇ, ਕੀ ਸਵਾਲ ਕੀ ਹੈ ਜੀ ਤੁਹਾਡਾ? ਮੈਂ ਮੇਰੀ 17 ਮਾਰਚ ਡੇਟ ਆਈ ਸੀ ਬਾਇਓਮੈਟ੍ਰਿਕ ਦੀ, ਉਸ ਤੋਂ ਬਾਅਦ ਵੀਐਫਐਸ ਵਗੈਰਾ ਬੰਦ ਹੋ ਗਏ ਤੇ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਈ। ਹੁਣ ਜਦੋਂ ਓਪਨ ਹੋਏਗਾ ਕੋਈ ਫਾਈਲ ਦੀ ਪ੍ਰੋਬਲਮ। ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਸਰ ਦੇ ਸਕਦੇ ਹਾਂ? ਹਾਂਜੀ, ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ, ਕਾਲ ਕਰਨ ਲਈ ਧੰਨਵਾਦ ਜੀ ਸਰ। ਹਾਂਜੀ, ਤਾਂ ਕੋਈ ਪ੍ਰੋਬਲਮ ਨਹੀਂ ਆਊਗੀ ਜੀ, ਕਿਉਂਕਿ ਉਹ ਵੈਲਿਡ ਐਲਐਮਆਈ ਅਸੀਂ ਜਦੋਂ ਐਪਲੀਕੇਸ਼ਨ ਫਾਈਲ ਕੀਤਾ ਕੰਟੀਨਿਊਡ ਹੋਊਗਾ। ਪਰ ਨਵੇਂ ਕਾਗਜ਼ ਜਿਹੜੇ ਮੰਗੇ ਜਾਣਗੇ, ਉਹ ਨਵੇਂ ਕਾਗਜ਼ ਕਿਹੜੇ ਹੋਣਗੇ? ਸਭ ਤੋਂ ਪਹਿਲਾਂ ਇਹ ਕਿ ਜੌਬ ਹੈ ਜਿਹੜੀ ਸਟਿਲ ਅਵੇਲੇਬਲ ਹੈ। ਦੂਜੀ ਕਿ EMPLOYER ਜਿਹੜਾ ਹੈਗਾ ਉਹ 'ਚ ਐਬਿਲਿਟੀ ਹੈ ਉਹਨੂੰ ਪੇ ਕਰਨ ਦੀ, ਕਿਉਂਕਿ ਆ ਹੁਣ ਜੋ ਟਾਈਮ ਚੱਲ ਰਿਹਾ ਹੈ ਤੇ ਜੋ ਬੰਦ ਸੀਗਾ ਜਾਂ ਉਹਦੀ ਐਬਿਲਿਟੀ ਨਹੀਂ ਹੈਗੀ ਪੇ ਕਰਨ ਦੀ, ਹਾਂ ਤਾਂ ਪ੍ਰੋਬਲਮ ਆ ਸਕਦੀ ਹੈ। ਪਰ ਜੇ ਉਹ ਆਪਦੇ ਨਵਾਂ ਤੁਹਾਨੂੰ ਜੌਬ ਆਫਰ ਤੇ ਆਪਦੀ ਐਬਿਲਿਟੀ ਪ੍ਰੂਵ ਕਰ ਦੂਗਾ, ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਬਿਲਕੁਲ ਜੀ, ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਮੈਂ ਇੱਥੇ ਇੱਕ ਸਰ ਥੋੜੀ ਜਿਹੀ ਮਿਥ ਹੈ ਇੱਕ, ਅੱਜ ਕੱਲ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵੀ ਇਹ ਗੱਲ ਕਾਫੀ ਚੱਲ ਰਹੀ ਹੈ ਕਿ ਜਿਹੜੇ ਇੱਥੇ ਵਰਕ ਪਰਮਿਟ ਹੋਲਡਰਸ ਨੇ ਜਾਂ ਜਿਹੜੇ ਇੱਥੇ ਸਟੂਡੈਂਟਸ ਨੇ ਜਿਨ੍ਹਾਂ ਨੇ ਪਿਛਲੇ ਸਾਲ ਕੰਮ ਕੀਤਾ ਸੀ ਤੇ ਬੈਨੀਫਿਟਸ ਲਈ ਐਲੀਜੀਬਲ ਨੇ, ਜੋ ਬੈਨੀਫਿਟਸ ਲੈਂਦੇ ਨੇ ਤਾਂ ਉਹਨਾਂ ਦੇ ਅੱਗੇ PR ਪ੍ਰੋਸੈਸ ਦੇ ਵਿੱਚ ਮੁਸ਼ਕਿਲਾਂ ਆ ਸਕਦੀਆਂ। ਕੀ ਇਹ ਸਹੀ ਹੈ? ਬਿਲਕੁਲ ਸਹੀ ਨਹੀਂ ਹੈਗਾ ਤਰਨ। ਤੁਸੀਂ ਆਪਣੇ ਹੱਕ ਦੀ ਵਰਤੋਂ ਕਰ ਰਹੇ ਹੋ। ਤੁਸੀਂ EMPLOYMENT ਇੰਸ਼ੋਰੈਂਸ ਪ੍ਰੀਮੀਅਮ ਹਰ ਆਪਣੇ ਚੈੱਕ ਚੋਂ ਕਟਵਾਇਆ ਹੈ, तो ਇਸੇ ਲਈ ਹੈ ਕਿਉਂਕਿ ਉਹਨੂੰ ਤੁਹਾਨੂੰ ਬੈਨੀਫਿਟ ਮਿਲ ਸਕੇ ਜੇ ਤੁਹਾਡੀ ਨੌਕਰੀ ਚਲੀ ਜਾਂਦੀ ਹੈ। ਸਿਮਿਲਰਲੀ ਜਿਹੜੇ ਅਦਰ ਇਸ਼ੂਜ਼ ਨੇ, ਹੁਣ ਜੇ ਤੁਸੀਂ ਕੰਮ ਨਹੀਂ ਕਰ ਰਹੇ ਤਾਂ ਤੁਹਾਡੇ ਤਾਂ ਵੈਸੇ ਵੀ ਐਕਸਪੀਰੀਅੰਸ ਅਕਾਊਂਟ ਤਾਂ ਹੋ ਨਹੀਂ ਰਿਹਾ, ਤੁਸੀਂ ਬੈਨੀਫਿਟ ਲੈ ਲਿਆ, ਹਾਂਜੀ ਤੁਹਾਨੂੰ ਤੁਹਾਡਾ ਹੱਕ ਹੈ ਉਹ, ਹਾਂਜੀ, ਪਰ ਜੇ ਤੁਸੀਂ ਵੈਲਫੇਅਰ ਲੈਂਦੇ ਹੋ ਫਿਰ ਉਹ ਤੁਹਾਨੂੰ ਨੁਕਸਾਨ ਕਰਦਾ ਹੈਗਾ। ਜੇ ਤੁਸੀਂ EI ਲੈਂਦੇ ਹੋ ਜਾਂ ਤੁਸੀਂ CRB ਲੈਂਦੇ ਹੋ ਫਿਰ ਤੁਹਾਨੂੰ ਕੋਈ ਇਫੈਕਟ ਨਹੀਂ ਹੁੰਦਾ। ਹਾਂ, ਜੇ ਤੁਸੀਂ ਕੰਮ ਨਹੀਂ ਕਰ ਰਹੇ ਤਾਂ ਤੁਸੀਂ ਨਹੀਂ ਕਰ ਰਹੇ, ਤੁਹਾਡੇ ਵੈਲਫੇਅਰ ਇਫੈਕਟ ਕਿਤੇ ਨਾ ਕਿਤੇ ਕਰ ਸਕਦਾ। ਹਾਂਜੀ ਬਿਲਕੁਲ, ਬਿਕੋਜ਼ ਤੁਸੀਂ ਉਸ ਵੇਲੇ ਜਿਹੜੀ ਆਪਦਾ ਐਬਿਲਿਟੀ ਟੂ ਸਕਸੀਡ ਇਨ ਕੈਨੇਡਾ ਉਹ ਖਤਮ ਕਰ ਲਈ ਹੈ, ਤੁਸੀਂ ਸੁਸਾਇਟੀ ਦੇ ਬੋਝ ਬਣ ਚੁੱਕੇ ਹੋ। EI ਵੀ ਬੋਝ ਨਹੀਂ ਹੈਗਾ, ਉਹ ਤੁਹਾਡਾ ਹੱਕ ਹੈ, ਤੁਸੀਂ ਹਰ ਚੈੱਕ ਚੋਂ ਪੈਸੇ ਕਢਾਏ ਨੇ। ਪ੍ਰੀਮੀਅਮ ਆਪਾਂ ਇਸੇ ਲਈ ਲੋੜ ਦਿੰਦੇ ਆ ਨਾ ਕਿ ਜਦੋਂ ਜ਼ਰੂਰਤ ਆਪਾਂ ਨੂੰ ਮਿਲੇ, ਤਾਂ ਉਹਦੇ 'ਚ ਕੋਈ ਪ੍ਰੋਬਲਮ ਨਹੀਂ, ਪਰ ਵੈਲਫੇਅਰ ਹੈ ਜਿਹੜਾ ਉਹ ਬਿਲਕੁਲ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ। ਬਿਲਕੁਲ ਜੀ, ਤੇ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਗਿਆ ਸਰ। ਜੋ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਕੀ ਕਹੋਗੇ? ਜਿਵੇਂ ਵੀ ਅੱਜ ਆਪਾਂ ਟੌਪਿਕ ਡਿਸਕਸ ਕਰ ਰਹੇ ਸੀ ਤਰਨ, ਤਾਂ ਆਲਵੇਜ਼ ਇਹ ਗੱਲ ਕਹਿੰਦੇ ਆ ਕਿ ਤੁਸੀਂ ਕਦੇ ਵੀ ਉਸ ਇੰਡੀਵਿਜੂਅਲ ਨੂੰ ਹਾਇਰ ਨਾ ਕਰੋ ਜਿਹਨੂੰ ਜਾਣਕਾਰੀ ਨਹੀਂ ਹੈਗੀ ਹੈ। ਤੇ ਦੂਜਾ ਜਿਹੜਾ ਕਾਨੂੰਨ ਹੈ ਉਹ ਬਹੁਤ ਬਲੈਕ ਐਂਡ ਵਾਈਟ ਲਿਖਿਆ ਹੈ, ਤੇ ਜੇ ਉਹ ਬਲੈਕ ਐਂਡ ਵਾਈਟ ਨੂੰ ਤੁਸੀਂ ਸਬੂਤ ਨਾਲ ਜਸਟੀਫਾਈ ਕਰ ਸਕਦੇ ਹੋ ਤਾਂ ਹੀ ਤੁਹਾਡੇ ਹੱਕ ਦੇ ਵਿੱਚੋਂ ਫੈਸਲਾ ਆਊਗਾ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਸਰ ਜਾਣਕਾਰੀ ਦੇਣ ਲਈ। ਦਰਸ਼ਕਾਂ ਨੂੰ ਵੀ ਦੱਸ ਦਿਆ, ਸਾਨੂੰ ਕਾਫੀ ਜ਼ਿਆਦਾ ਕਾਲਸ ਜਿਹੜੀਆਂ ਨੇ ਲਗਾਤਾਰ ਆ ਰਹੀਆਂ ਨੇ। ਮਿਸਟਰ ਗੁਰਪ੍ਰੀਤ ਖਹਿਰਾ ਹਰ ਟਿਊਜ਼ਡੇ ਨੂੰ ਸਾਡੇ ਨਾਲ ਜੁੜਦੇ ਨੇ ਟੋਰਾਂਟੋ ਸਮੇਂ ਦੇ ਮੁਤਾਬਿਕ 3 ਤੋਂ ਲੈ ਕੇ 4 ਵਜੇ ਤੱਕ। ਸੋ ਕੋਸ਼ਿਸ਼ ਕਰਿਆ ਕਰੋ ਕਿ ਟਿਊਜ਼ਡੇ ਨੂੰ ਤੁਸੀਂ 3 ਵਜੇ ਤੋਂ ਕਾਲਸ ਜਿਹੜੀਆਂ ਨੇ ਸਟਾਰਟ ਕਰ ਦਿਆ ਕਰੋ। ਕਈ ਕਾਲਸ ਅਸੀਂ ਮਿਸ ਕਰ ਦਿੱਤੀਆਂ ਨੇ, ਅਸੀਂ ਅਟੈਂਡ ਨਹੀਂ ਕਰ ਪਏ, ਉਹਦੇ ਲਈ ਅਸੀਂ ਮੁਆਫੀ ਚਾਹਾਂਗੇ। ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ, ਤੁਹਾਡੇ ਕੇਸਿਸ ਦੇ ਵਿੱਚ ਕੋਈ ਵੀ ਡਿਲੇ ਹੋ ਰਿਹਾ ਤਾਂ ਤੁਸੀਂ ਗੁਰਪ੍ਰੀਤ ਖਹਿਰਾ ਜੀ ਨੂੰ ਉਹਨਾਂ ਦੇ ਆਫਿਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ, ਨੀਚੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਨੇ। ਸੋ ਜਿਸ ਟਾਈਮ ਇਹ ਲਾਈਵ ਪ੍ਰੋਗਰਾਮ ਹੁੰਦਾ ਸਿਰਫ ਉਸ ਟਾਈਮ ਤੁਸੀਂ ਸਟੂਡੀਓ ਜਾਂ ਫਿਰ WhatsApp ਨੰਬਰ ਤੇ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਨਹੀਂ ਹੈਗਾ, ਉਸ ਤੋਂ ਬਾਅਦ ਤੁਸੀਂ YouTube ਜਾਂ ਕਿਤੇ ਹੋਰ ਇਸ ਨੂੰ ਵੇਖ ਰਹੇ ਹੋ ਤਾਂ ਤੁਸੀਂ ਸਰ ਦੇ ਨੰਬਰ ਦੇ ਉੱਤੇ ਉੱਥੇ ਕਾਲ ਕਰੋ, ਤੁਸੀਂ ਆਫਿਸ ਦੇ ਵਿੱਚ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।